ਵਾਹਿਗੁਰੂ ਜੀ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕੋਇ ਨ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿਖ ਉਦਰੈ, ਨਾਨਕ ਹਰਿ ਗੁਣ ਗਾਓ। ਸੁਕਾਉ ਟਲ ਗੁਰ ਸੇਵੀ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਪੰਜਵਾ। ਭੈ ਸਾਗਰੋ ਭੈ ਸਾਗਰ ਤਰਿਆ, ਹਰ ਹਰ ਨਾਮ ਧਿਆਏ ਰਾਮ। ਬੋਹਿਥੜਾ ਹਰ ਚਰਨ ਅਰਾਧੇ, ਮਿਲ ਸਤਿਗੁਰ ਪਾਰ ਲੰਘਾਏ ਰਾਮ। ਗੁਰ ਸ਼ਬਦੀ ਤਰਿਆ ਬਹੁ ਨ ਮਰਿਆ, ਚੁਕੈ ਆਵਣ ਜਾਣਾ। ਜੋ ਕੁਛ ਕਰੈ ਸੋਈ ਭਲ ਮਾਨੋ, ਤਾਂ ਮਨ ਸਹਿਜ ਸਮਾਣਾ। ਦੁਖ ਨਾ ਭੂਖ ਨਾ ਰੋਗ ਵਿਆਪੈ, ਸੁਖ ਸਾਗਰ ਸਰਣੀ ਪਾਏ।
ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਭੈ ਸਾਗਰ ਤਰਿਆ ਹਰ ਹਰ ਨਾਮ ਧਿਆਏ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਸ਼ੋਭਤ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤ ਨੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਨ ਕੀਤੇ। ਇਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਜਿਸ ਦੀ ਆਪਾਂ ਲਗਾਤਾਰ ਲੜੀਵਾਰ ਕਥਾ ਦੀ ਵਿਚਾਰ ਸਰਵਨ ਕਰਦੇ ਆ ਰਹੇ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾ ਕੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾ। ਸੂਹੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਇਹ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਸਭ ਤੋਂ ਵੱਧ ਦਰਜ ਹੋਈ ਹੈ। ਇਹ ਜੋ ਸ਼ਬਦ ਆਪਾਂ ਸਰਵਨ ਕਰ ਰਹੇ ਹਾਂ, ਇਸ ਸ਼ਬਦ ਨੂੰ ਉਚਾਰਨ ਵਾਲੇ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਔਰ ਇਸ ਸ਼ਬਦ ਨੂੰ ਲਿਖਵਾਉਣ ਵਾਲੇ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ। ਭਾਈ ਗੁਰਦਾਸ ਜੀਆਂ ਦੇ ਕੋਲੋਂ ਆਪ ਇਹ ਸ਼ਬਦ ਮਹਾਰਾਜ ਨੇ ਲਿਖਵਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਗ 782 ਅੰਗ ਦੇ ਉੱਪਰ ਇਹ ਸ਼ਬਦ ਸੁਭਾਏਮਾਨ ਹੈ। ਗੁਰਮੁਖੋ, ਇਹ ਜਿਹੜੇ ਅੰਗ ਨੇ ਨਾ ਮਹਾਰਾਜ ਦੀ ਬਾਣੀ ਦੇ, ਇਹ ਜਿਹੜੀ ਮਸ਼ੀਨ ਦੇ ਨਾਲ ਕਢਾਈ ਹੋਈ ਹੈ, ਲਿਖਾਈ ਹੋਈ ਹੈ, ਛਪਾਈ ਹੋਈ ਹੈ, ਇਹ ਉਹਦੇ ਮੁਤਾਬਕ ਅੰਗ ਨੇ 782। ਜਿਸ ਸਰੂਪ ਦੇ ਉੱਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਲਿਖਵਾਈ ਸੀ ਉਹਦਾ ਅੰਗ ਇਹ ਨਹੀਂ ਹੈ। ਜਿੰਨੇ ਵੀ ਸਰੂਪ ਹੱਥ ਲਿਖਤ ਲਿਖੇ ਗਏ, ਮਸ਼ੀਨ ਦਾ ਯੁੱਗ ਤੇ ਹੁਣ ਆਇਆ ਨਾ, ਪਹਿਲਾਂ ਹੱਥ ਲਿਖਤ ਸਰੂਪ ਲਿਖੇ ਜਾਂਦੇ, ਉਹਨਾਂ ਸਾਰਿਆਂ ਸਰੂਪਾਂ ਦੇ ਅੰਗ ਵੱਧ ਘੱਟ ਨੇ ਗਿਣਤੀ ਦੇ ਵਿੱਚ। ਕਿਉਂਕਿ ਲਿਖਾਰੀ ਦੀ ਜਿਹੋ ਜਿਹੀ ਲਿਖਾਈ ਹੈ, ਕੋਈ ਮੋਟੇ ਅੱਖਰ ਲਿਖਦਾ, ਕੋਈ ਬਰੀਕ ਲਿਖਦਾ ਹੈ, ਕੋਈ ਸੰਘਣੇ ਅੱਖਰ ਲਿਖਦਾ, ਕੋਈ ਵਿਰਲੇ ਅੱਖਰ ਲਿਖਦਾ ਹੈ, ਉਹਦੇ ਮੁਤਾਬਕ ਅੰਗ ਵੱਧ ਜਾਂਦੇ ਜਾਂ ਘਟ ਜਾਂਦੇ। ਜਾਂ ਜਿਸ ਅੰਗ ਦੇ ਉੱਪਰ ਬਾਣੀ ਲਿਖੀ ਜਾ ਰਹੀ ਹੈ ਉਹ ਅੰਗ ਵੱਡਾ ਹੈ ਕਿ ਛੋਟਾ ਹੈ, ਉਸ ਮੁਤਾਬਕ ਅੰਗ ਵੱਧ ਘੱਟ ਹੋਇਆ ਕਰਦੇ। ਅੱਜ ਵੀ ਤੁਸੀਂ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਹੋ, ਦਰਬਾਰ ਸਾਹਿਬ ਜਦੋਂ ਆਪਾਂ ਮੱਥਾ ਟੇਕਦੇ ਹਾਂ, ਪੌੜੀਆਂ ਚੜ੍ਹ ਕੇ ਆਪਾਂ ਉੱਪਰ ਜਾਂਦੇ ਹਾਂ ਦਰਸ਼ਨ ਕਰਨ ਵਾਸਤੇ, ਤੇ ਉੱਪਰਲੇ ਬੰਨੇ ਇੱਕ ਵੱਡੇ ਆਕਾਰ ਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ਮਾਨ ਹੈ। ਉਹਦਾ ਆਕਾਰ ਸਭ ਤੋਂ ਵੱਡਾ ਹੈ। ਇੱਕ ਸਿੰਘ ਇਕੱਲਾ ਸੇਵਾ ਨਹੀਂ ਕਰ ਸਕਦਾ, 4-5 ਸਿੰਘ ਮਿਲ ਕੇ ਉਹ ਸਰੂਪ ਦੀ ਸੇਵਾ ਕਰਦੇ। ਇੰਨਾ ਉਹ ਵੱਡੇ ਆਕਾਰ ਵਿੱਚ ਔਰ ਇੰਨਾ ਵਜਨ ਦੇ ਵਿੱਚ ਭਾਰਾ ਹੈ। ਸੋ ਬਚਨ ਇਹ ਹੈ, ਕਈ ਵਾਰੀ ਅਸੀਂ ਇਹ ਭੁਲੇਖਾ ਖਾ ਜਾਂਦੇ ਹਾਂ ਕਿ ਇਹ ਜਿਹੜਾ ਸਰੂਪ ਅੱਜ ਸਾਡੇ ਕੋਲ ਹੈ ਵੀ ਜਿਹੜਾ ਅੰਗ ਉਹ ਹੈ ਉਹੀ ਅੰਗ ਉਹ ਹੋਵੇਗਾ ਜਿਹੜਾ ਗੁਰੂ ਅਰਜਨ ਸਾਹਿਬ ਨੇ ਲਿਖਾਇਆ। ਨਹੀਂ, ਇਸ ਤਰ੍ਹਾਂ ਨਹੀਂ ਹੈ। ਜਿੰਨੇ ਪੁਰਾਤਨ ਸਰੂਪ ਲਿਖੇ ਗਏ ਉਹਨਾਂ ਸਾਰਿਆਂ ਦੇ ਅੰਗ ਵੱਧ ਘੱਟ ਨੇ, ਇੱਕੋ ਜਿਹਾ ਨਹੀਂ, ਲਿਖਾਈ ਦੇ ਮੁਤਾਬਕ ਹੈ। ਇਹ ਅੰਗ ਇੱਕੋ ਜਿਹੇ ਉਸ ਵੇਲੇ ਬਣੇ ਜਦੋਂ ਮਸ਼ੀਨ ਦੇ ਨਾਲ ਕਢਾਈ ਸ਼ੁਰੂ ਹੋਈ ਹੈ। ਫਿਰ ਇੱਕੋ ਜਿਹਾ ਕਾਗਜ਼ ਬਣਾਏ,
ਮਸ਼ੀਨ ਦਾ ਛਾਪਾ ਇੱਕੋ ਜਿਹਾ ਬਣਾਇਆ, ਇੱਕੋ ਜਿਹੇ ਅੱਖਰ ਬਣ ਗਏ, ਤੇ ਫਿਰ ਸਾਰਿਆਂ ਸਰੂਪਾਂ ਦੇ ਅੰਗ ਬਰਾਬਰ ਹੋ ਗਏ। ਇਸ ਤਰੀਕੇ ਦੇ ਨਾਲ ਇਹ ਸਰੂਪ ਜਿਹੜੇ ਨੇ ਫਿਰ ਉਹ ਬਣੇ ਨੇ। ਜਿਹੜਾ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ, ਇਹ ਜਿਹੜੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪਦੇ ਨੇ ਮਸ਼ੀਨ ਦੀ ਕਢਾਈ ਦੇ ਨਾਲ, ਉਸ ਦੇ ਮੁਤਾਬਕ 782 ਅੰਗ ਹੈ। ਤੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਭੈ ਸਾਗਰ ਤਰਿਆ। ਸਤਿਗੁਰਾਂ ਨੂੰ ਪੁੱਛਿਆ ਕਿਸੇ ਸਿੱਖ ਨੇ ਆ ਕੇ, ਮਹਾਰਾਜ ਇਹ ਸੰਸਾਰ ਕੈਸਾ ਹੈ, ਇਹ ਦੁਨੀਆ ਕਿਸ ਤਰ੍ਹਾਂ ਦੀ ਹੈ? ਪਹਿਲਾ ਬਚਨ ਇਹ ਹੈ, ਇਹ ਸਾਗਰ ਸੰਸਾਰ ਜਿਹਨੂੰ ਕਿਹਾ ਜਾਂਦਾ ਵੀ ਸੰਸਾਰ ਹੈ ਕਿਵੇਂ ਦਾ। ਦੂਜਾ ਬਚਨ ਇਹ ਹੈ ਵੀ ਇਹ ਸੰਸਾਰ ਨੂੰ ਤਰਿਆ ਕਿਵੇਂ ਜਾਵੇ। ਇਹ ਦੋ ਸਵਾਲ ਕੀਤੇ ਕਿਸੇ ਸਿੱਖ ਨੇ ਮਹਾਰਾਜ ਜੀਆਂ ਨੂੰ ਆ ਕੇ, ਤੇ ਸਤਿਗੁਰੂ ਦਾ ਉੱਤਰ ਦਿੰਦੇ ਕਹਿਣ ਲੱਗੇ, ਭੈ ਸਾਗਰ ਤਰਿਆ। ਗੁਰਮੁਖੋ, ਜਿਸ ਤਰ੍ਹਾਂ ਸਾਗਰ ਸਮੁੰਦਰ ਭੈਦਾਇਕ ਹੈ, ਸਮੁੰਦਰ ਵਿੱਚ ਡਰ ਆਉਂਦਾ ਨਾ। ਸਮੁੰਦਰ ਦੇ ਵਿੱਚ ਕਈ ਜ਼ਹਿਰੀਲੇ ਜਾਨਵਰ ਨੇ, ਕਈ ਵੱਡੇ ਆਕਾਰ ਦੇ ਜਾਨਵਰ ਨੇ ਜਿਹੜੇ ਮਨੁੱਖ ਨੂੰ ਸਾਬਤਾ ਹੀ ਨਿਗਲ ਜਾਣਗੇ, ਔਰ ਬੜੇ ਬੜੇ ਜ਼ਹਿਰੀਲੇ ਬਿੱਛੂ ਠੂਹੇ ਵਿੱਚ ਉਹਦੇ ਰਹਿੰਦੇ, ਜਿਹੜੇ ਡੰਗ ਮਾਰ ਕੇ ਝਾਟੀ ਮਾਰ ਦੇਣਗੇ। ਸਾਗਰ ਜਿਹੜਾ ਸਮੁੰਦਰ ਬੜਾ ਭੈਦਾਇਕ ਹੈ। ਬਾਹਰੋਂ ਵੇਖਣ ਨੂੰ ਸੋਹਣਾ ਲੱਗਦਾ, ਬੜਾ ਸੋਹਣਾ ਪਾਣੀ ਹੈ, ਪਰ ਅੰਦਰ ਜਾਈਏ ਫਿਰ ਪਤਾ ਲੱਗਦਾ ਵੀ ਇਹ ਕੈਸਾ ਦੁਖਦਾਈ ਵੀ ਹੈ। ਕਿਉਂਕਿ ਉਹ ਸਾਗਰ ਦੇ ਵਿੱਚ ਕਈ ਤਰ੍ਹਾਂ ਦੇ ਜੀਵ ਜੰਤੂ ਨੇ, ਖਾਣ ਵਾਲੇ ਔਰ ਡੰਗਣ ਵਾਲੇ। ਜਿਵੇਂ ਉਹ ਸਮੁੰਦਰ ਭੈਦਾਇਕ ਹੈ ਗੁਰਮੁਖੋ, ਉਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਦੁਨੀਆ ਵੀ ਭੈਦਾਇਕ ਹੈ। ਸਵਾਲ ਇਹ ਸੀ ਨਾ ਵੀ ਮਹਾਰਾਜ ਸੰਸਾਰ ਕੈਸਾ ਹੈ? ਸਤਿਗੁਰੂ ਕਹਿੰਦੇ ਸੰਸਾਰ ਡਰ ਦੇਣ ਵਾਲਾ ਹੈ, ਭੈਦਾਇਕ ਹੈ। ਜਿਵੇਂ ਸਮੁੰਦਰ ਵਿੱਚ ਜ਼ਹਿਰੀਲੇ ਜਾਨਵਰ ਨੇ, ਇਹ ਸੰਸਾਰ ਦੇ ਵਿੱਚ ਵੀ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਜ਼ਹਿਰੀਲੇ ਜਾਨਵਰ ਨੇ ਇਹ ਦੁਨੀਆ ਵਿੱਚ ਵੀ। ਕਿਸੇ ਨੂੰ ਕਾਮ ਨੇ ਡੰਗ ਮਾਰ ਲਿਆ, ਕਿਸੇ ਨੂੰ ਕ੍ਰੋਧ ਨੇ ਡੰਗ ਮਾਰ ਲਿਆ, ਕੋਈ ਲੋਭ ਦੇ ਵਿੱਚ ਬੈਠਾ ਹੈ, ਕੋਈ ਮੋਹ ਦੇ ਵਿੱਚ ਬੈਠਾ ਹੈ। ਇਹ ਸੰਸਾਰ ਵੀ ਬੜਾ ਭਾਰੀ ਭਾਈ ਦੁੱਖ ਦੇਣ ਵਾਲਾ ਹੀ ਹੈ, ਇਹਦੇ ਵਿੱਚੋਂ ਸੁੱਖ ਨਹੀਂ ਮਿਲਿਆ ਕਿਸੇ ਨੂੰ। ਭੈ ਸਾਗਰ ਤਰਿਆ। ਸਮੁੰਦਰ ਦੇ ਵਾਂਗ ਡਰ ਦੇਣ ਵਾਲਾ ਇਹ ਸੰਸਾਰ ਹੈ, ਪਰ ਮਹਾਰਾਜ ਇਹਦੇ ਵਿੱਚ ਤਰਦਾ ਕੌਣ ਹੈ? ਸਮੁੰਦਰ ਵਿੱਚ ਵੀ ਤੇ ਤਾਰੀ ਜਾਈਦਾ ਨਾ, ਬੇੜੀ ਤੇ ਚੜ੍ਹ ਕੇ, ਬੇੜੇ ਜਹਾਜ਼ ਤੇ ਚੜ੍ਹ ਕੇ ਆਪਾਂ, ਭਾਵੇਂ ਉਹਦੇ ਥੱਲੇ ਕਿੰਨੇ ਵੀ ਜ਼ਹਿਰੀਲੇ ਜਾਨਵਰ ਹੋਣ, ਤਾਕਤ ਵਾਲੇ ਜਾਨਵਰ ਹੋਣ, ਪਾਣੀ ਦੇ ਜੀਵ, ਪਰ ਫਿਰ ਵੀ ਤੇ ਦੁਨੀਆ ਸਮੁੰਦਰ ਪਾਰ ਕਰਦੀ ਹੈ ਨਾ। ਦੇਸ਼ ਵਿਦੇਸ਼ ਵਿੱਚ ਲੋਕ ਜਾਂਦੇ ਹੀ ਨੇ ਨਾ ਜਹਾਜ਼ ਤੇ ਚੜ੍ਹ ਕੇ। ਮਹਾਰਾਜ ਚਲੋ ਗੱਲ ਮੰਨ ਲਈ ਵੀ ਇਹ ਸੰਸਾਰ ਬੜਾ ਡਰ ਦੇਣ ਵਾਲਾ, ਪਰ ਇਹਨੂੰ ਤਰਿਆ ਕਿਵੇਂ ਜਾਵੇ? ਤੇ ਮਹਾਰਾਜ ਫਰਮਾਉਂਦੇ ਹਨ, ਹਰਿ ਹਰਿ ਨਾਮ ਧਿਆਏ ਰਾਮ। ਸਤਿਗੁਰੂ ਕਹਿਣ ਲੱਗੇ ਜਿਹੜਾ ਨਾਮ ਧਿਆਉਣਾ ਹੈ ਨਾ, ਵਾਹਿਗੁਰੂ ਕਹਿਣਾ ਹੈ, ਇਹ ਗੁਰਮੁਖਾ ਤੇਰੇ ਵਾਸਤੇ ਜਹਾਜ਼ ਹੈ। ਜਿਵੇਂ ਜਹਾਜ਼ ਤੇ ਚੜ੍ਹਿਆ ਪਾਣੀ ਦੇ ਜੀਵ ਕੁਝ ਨਹੀਂ ਕਹਿੰਦੇ, ਵਾਹਿਗੁਰੂ ਨਾਮ ਦੇ ਜਹਾਜ਼ ਤੇ ਚੜ੍ਹੇਗਾ, ਤੈਨੂੰ ਇਹ ਕਾਮ ਆਦਿਕ ਜੀਵ ਵੀ ਕੁਝ ਨਹੀਂ ਕਹਿਣਗੇ। ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਪਰ ਗੁਰਮੁਖੋ ਪਾਰ ਉਹ ਹੁੰਦਾ ਜਿਹੜਾ ਜਹਾਜ਼ ਦੇ ਉੱਪਰ ਚੜ੍ਹੇ, ਜਿਹੜਾ ਕਿਨਾਰੇ ਤੇ ਬੈਠਾ ਰਵੇ, ਕੇਵਲ ਜਹਾਜ਼ ਵੱਲ ਵੇਖੀ ਜਾਵੇ ਵੀ ਉਹ ਕਿੰਨਾ ਸੋਹਣਾ ਜਹਾਜ਼ ਹੈ। ਕਿਨਾਰੇ ਤੇ ਖੜਿਆਂ ਵੇਖਣ ਦੇ ਨਾਲ ਆਪਾਂ ਪਾਰ ਨਹੀਂ ਹੋਵਾਂਗੇ, ਉੱਥੇ ਹੀ ਖੜੇ ਰਵਾਂਗੇ ਜਿੱਥੇ ਖਲੋਤੇ ਹੋਏ ਹਾਂ। ਜੇ ਸਮੁੰਦਰ ਨੂੰ ਪਾਰ ਕਰਨਾ ਹੈ ਤੈਨੂੰ ਜਹਾਜ਼ ਦੇ ਵਿੱਚ ਬੈਠਣਾ ਪਵੇਗਾ, ਤਾਂ ਪਾਰ ਹੋਵੇਗਾ। ਇਸੇ ਤਰ੍ਹਾਂ ਗੁਰਮੁਖੋ ਜੇ ਆਪਾਂ ਇਕੱਲਾ ਇਹ ਗੱਲ ਕਹੀ ਜਾਈਏ ਨਾ, ਵਾਹਿਗੁਰੂ ਮੰਤਰ ਬੜਾ ਚੰਗਾ ਹੈ, ਜਪਣਾ ਚਾਹੀਦਾ ਹੈ, ਪਰ ਜਪੀਏ ਨਾ, ਸੇਵਾ ਬੜੀ ਚੰਗੀ ਹੈ, ਕਰਨੀ ਚਾਹੀਦੀ ਹੈ, ਪਰ ਆਪਾਂ ਕਰੀਏ ਨਾ, ਤੇ ਫਿਰ ਤੇ ਗੁਰਮੁਖੋ ਉੱਥੇ ਹੀ ਖਲੋਤੇ ਆ ਨਾ। ਪ੍ਰੀਤਮ ਕੇ ਦੇਸ ਕੈਸੇ ਬਾਤਨ ਸਿਉ ਜਾਈਏ। ਜਿੰਨਾ ਚਿਰ ਅਸੀਂ ਜਪਣਾ ਸ਼ੁਰੂ ਨਹੀਂ ਕਰਦੇ, ਵਾਹਿਗੁਰੂ ਵਾਹਿਗੁਰੂ ਨਹੀਂ ਕਹਿੰਦੇ, ਉਨਾ ਚਿਰ ਇਸ ਜਹਾਜ਼ ਤੇ ਸਵਾਰ ਨਹੀਂ ਹੋਵਾਂਗੇ। ਅਸੀਂ ਵਾਹਿਗੁਰੂ ਕਹੀਏ, ਸਾਡੇ ਵੱਡੇ ਵਡੇਰਿਆਂ ਨੇ ਅਰਦਾਸ ਦੇ ਵਿੱਚ ਉਹ ਬਚਨ ਲਿਖਵਾ ਦਿੱਤੇ। ਆਪਾਂ ਬਚਨ ਪੜ੍ਹਦੇ ਹਾਂ ਨਾ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ।
ਵੀ ਇਹ ਕਿਸੇ ਤਰੀਕੇ ਨਾਲ ਵਾਹਿਗੁਰੂ ਕਹਿਣ, ਵਾਹਿਗੁਰੂ ਜਹਾਜ਼ ਦੇ ਉੱਪਰ ਸਵਾਰ ਹੋਣ। ਪਰ ਗੁਰਮੁਖੋ ਆਪਾਂ ਤੇ ਉਦੋਂ ਵੀ ਬੜਾ ਢਿੱਲਾ ਜਿਹਾ ਹੀ ਵਾਹਿਗੁਰੂ ਕਹੀਦਾ, ਮਾੜੀ ਜੀ ਆਵਾਜ਼ ਵੀ ਨਿਕਲੇ ਨਾ, ਕਦੇ ਗੱਜ ਵੱਜ ਕੇ ਨਹੀਂ ਆਖਿਆ ਹੈ। ਜਦੋਂ ਅਸੀਂ ਪ੍ਰਸ਼ਾਦਾ ਵਰਤਾਉਂਦੇ ਹਾਂ ਲੰਗਰ ਵਿੱਚ, ਉਦੋਂ ਵੀ ਆਖਿਆ ਜਾਂਦਾ ਵਾਹਿਗੁਰੂ ਜੀ ਪ੍ਰਸ਼ਾਦਾ, ਵਾਹਿਗੁਰੂ ਜੀ ਜਲ। ਪ੍ਰਸ਼ਾਦਾ ਤੇ ਜਲ ਅਸੀਂ ਵਰਤਾ ਰਹੇ ਹਾਂ, ਪਰ ਨਾਲ ਇੱਕ ਵਾਹਿਗੁਰੂ ਸ਼ਬਦ ਦਿੱਤਾ ਗਿਆ ਵੀ ਕਿਸੇ ਤਰੀਕੇ ਨਾਲ ਤੇਰੇ ਕੋਲੋਂ ਜਪਿਆ ਜਾਵੇ। ਤੇ ਜਦੋਂ ਦੋ ਸਿੱਖ ਆਪਸ ਵਿੱਚ ਮਿਲ ਪੈਣ ਇੱਕ ਦੂਜੇ ਨੂੰ, ਤੇ ਮਿਲ ਕੇ ਉਹ ਫਤਿਹ ਬੁਲਾਉਂਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਰਨ ਇਹ ਹੈ ਵੀ ਜਦੋਂ ਤੂੰ ਆਪਸ ਵਿੱਚ ਮਿਲੇ ਉਦੋਂ ਵੀ ਤੇਰੇ ਮੂੰਹੋਂ ਵਾਹਿਗੁਰੂ ਨਿਕਲੇ, ਜਦੋਂ ਲੰਗਰ ਪ੍ਰਸ਼ਾਦੇ ਦੀ ਸੇਵਾ ਕਰੇ ਉਦੋਂ ਵੀ ਵਾਹਿਗੁਰੂ ਨਿਕਲੇ, ਜਦੋਂ ਅਰਦਾਸ ਦੇ ਵਿੱਚ ਸ਼ਾਮਲ ਹੋਵੇ ਉਦੋਂ ਵੀ ਤੇਰੇ ਮੂੰਹੋਂ ਵਾਹਿਗੁਰੂ ਨਿਕਲੇ। ਇਹ ਨਾਮ ਜਪਾਉਣ ਦਾ ਮਹਾਰਾਜ ਨੇ ਸਾਨੂੰ ਇੱਕ ਤਰੀਕਾ ਦੱਸਿਆ ਹੈ। ਤੇ ਗੁਰਮੁਖੋ ਗੱਡੀ ਜਿਹੜੀ ਖਲੋਤੀ ਹੈ, ਇਹਨਾਂ ਨੂੰ ਮਾੜਾ ਜਿਹਾ ਧੱਕਾ ਲਾਈਏ ਤੇ ਸਟਾਰਟ ਹੋ ਪੈਂਦੀ, ਚੱਲ ਪੈਂਦੀ ਹੈ। ਇਹ ਧੱਕਾ ਲਾਇਆ ਮਹਾਰਾਜ ਨੇ ਸਾਨੂੰ ਸਟਾਰਟ ਹੋਣ ਵਾਸਤੇ, ਵੀ ਅਰਦਾਸ ਦੇ ਵਿੱਚ ਵਾਹਿਗੁਰੂ ਆਖਿਆ ਕਰ, ਲੰਗਰ ਦੇ ਵਿੱਚ ਵਾਹਿਗੁਰੂ ਆਖਿਆ ਕਰ, ਜਦੋਂ ਆਪਸ ਵਿੱਚ ਮਿਲਦਾ ਉਦੋਂ ਵੀ ਵਾਹਿਗੁਰੂ ਆਖਿਆ ਕਰ। ਤੈਨੂੰ ਧੱਕਾ ਲੱਗੇਗਾ, ਸਟਾਰਟ ਹੋ ਜਾਏਗਾ, ਫਿਰ ਸਾਰਾ ਦਿਨ 24 ਘੰਟੇ ਹਰ ਵੇਲੇ ਤੂੰ ਵਾਹਿਗੁਰੂ 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 ਜਪਦਾ ਰਵੇਂਗਾ। ਤੇ ਗੁਰਮੁਖੋ ਜਦੋਂ ਜਪੇਗਾ ਦੁਨੀਆ ਤੋਂ ਪਾਰ ਉਸ ਵੇਲੇ ਹੋਵੇਗਾ, ਜਿੰਨਾ ਚਿਰ ਜਪਦਾ ਨਹੀਂ ਉਹਨਾਂ ਚਿਰ ਪਾਰ ਨਹੀਂ ਹੋਵੇਗਾ। ਮਹਾਰਾਜ ਦੇ ਕੋਲ ਦੋ ਸਵਾਲ ਕੀਤੇ ਸਿੱਖ ਨੇ। ਪਹਿਲਾ ਸਵਾਲ ਇਹ ਹੈ ਵੀ ਦੁਨੀਆ ਕਿਸ ਤਰ੍ਹਾਂ ਦੀ ਹੈ। ਮਹਾਰਾਜ ਕਹਿਣ ਲੱਗੇ ਦੁਨੀਆ ਡਰ ਦੇਣ ਵਾਲੀ ਹੈ, ਇਹਦੇ ਵਿੱਚ ਵਿਕਾਰਾਂ ਦਾ, ਕਾਮ ਆਦਿਕ ਦਾ ਡਰ ਹੈ। ਦੂਜਾ ਸਵਾਲ ਸਿੱਖ ਨੇ ਕੀਤਾ, ਦੁਨੀਆ ਤੋਂ ਤਰੀਏ ਕਿਵੇਂ। ਮਹਾਰਾਜ ਕਹਿਣ ਲੱਗੇ ਵਾਹਿਗੁਰੂ ਜਪੇਗਾ ਦੁਨੀਆ ਤੋਂ ਤਰ ਜਾਏਗਾ। ਕਿਨਾਰੇ ਤੇ ਖਲੋਤਿਆਂ ਮੰਜ਼ਿਲ ਨਹੀਂ ਮਿਲੇਗੀ, ਸਮੁੰਦਰ ਪਾਰ ਨਹੀਂ ਕਰੇਗਾ, ਜਹਾਜ਼ ਵਿੱਚ ਬੈਠਣਾ ਹੀ ਪਵੇਗਾ। ਕੱਲਾ ਵਾਹਿਗੁਰੂ ਬੜਾ ਚੰਗਾ ਹੈ, ਸੇਵਾ ਬੜੀ ਚੰਗੀ ਹੈ, ਇਹ ਕਹਿਣ ਦੇ ਨਾਲ ਮੰਜ਼ਿਲ ਨਹੀਂ ਉਹ ਮਿਲਣੀ। ਮੰਜ਼ਿਲ ਮਿਲੇਗੀ ਜਦੋਂ ਉਹਦੇ ਨਾਮ ਨੂੰ ਜਪੇਗਾ, ਜਦੋਂ ਬਾਣੀ ਪੜ੍ਹੇਗਾ। ਸਤਿਗੁਰੂ ਕਹਿਣ ਲੱਗੇ ਹਰ ਹਰ ਨਾਮ ਧਿਆਏ ਰਾਮ। ਉਸ ਰਮੇ ਹੋਏ ਪ੍ਰਮਾਤਮਾ ਦੇ ਨਾਮ ਨੂੰ ਜਿਨ੍ਹਾਂ ਗੁਰਮੁਖਾਂ ਨੇ ਜਪਿਆ ਹੈ, ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹ ਸੰਸਾਰ ਤੋਂ ਪਾਰ ਹੋ ਜਾਂਦੇ ਹਨ। ਹਰ ਚਰਨ ਅਰਾਧੇ। ਗੁਰਮੁਖੋ ਗੁਰੂ ਦੇ ਚਰਨਾਂ ਨੂੰ ਜਿਹੜਾ ਅਰਾਧਨਾ ਹੈ, ਸਤਿਗੁਰ ਪਾਰ ਲੰਘਾਏ ਰਾਮ। ਗੁਰਮੁਖੋ ਸਤਿਗੁਰੂ ਮਹਾਰਾਜ ਦੇ ਨਾਲ ਮਿਲ ਕੇ ਜੋ ਪ੍ਰਮਾਤਮਾ ਦੇ ਚਰਨਾਂ ਨੂੰ ਅਰਾਧਨਾ ਹੈ, ਕਿਉਂਕਿ ਗੁਰੂ ਦੱਸੇਗਾ ਨਾ ਵੀ ਅਰਾਧਨਾ ਕਿਵੇਂ ਹੈ, ਗੁਰੂ ਦੱਸੇਗਾ ਨਾ ਵੀ ਉਹ ਸ਼ਬਦ ਕਿਹੜਾ ਹੈ। ਜਿੰਨਾ ਚਿਰ ਗੁਰੂ ਨੂੰ ਨਹੀਂ ਆ ਕੇ ਮਿਲੇ ਉਹਨਾਂ ਚਿਰ ਗੱਲ ਨਹੀਂ ਬਣੇਗੀ। ਮਿਲ ਸਤਿਗੁਰ, ਗੁਰੂ ਕਿਹਾ ਸਿੱਖਾ ਪਹਿਲਾਂ ਗੁਰੂ ਦੇ ਨਾਲ ਮਿਲ ਆ ਕੇ। ਜਦੋਂ ਗੁਰੂ ਦੇ ਨਾਲ ਮਿਲੇਗਾ, ਬੋਇਥੜਾ ਹਰ ਚਰਨ ਅਰਾਧੇ, ਗੁਰੂ ਫਿਰ ਤੈਨੂੰ ਪ੍ਰਮਾਤਮਾ ਦੇ ਜਹਾਜ਼ ਰੂਪੀ ਜਿਹੜੇ ਚਰਨ ਹਨ ਉਹਨਾਂ ਦੇ ਨਾਲ ਜੋੜ ਦੇਵੇਗਾ। ਤੇ ਜਦੋਂ ਉਹਨਾਂ ਚਰਨਾਂ ਦੇ ਨਾਲ ਜੁੜ ਕੇ ਤੂੰ ਵਾਹਿਗੁਰੂ ਵਾਹਿਗੁਰੂ ਜਪੇਗਾ, ਪਾਰ ਲੰਘਾਏ ਰਾਮ। ਗੁਰੂ ਤੇਰਾ ਰਾਮ ਦਾ ਹੀ ਰੂਪ ਹੈ, ਪਰਮੇਸ਼ਰ ਦਾ ਹੀ ਰੂਪ ਹੈ। ਗੁਰੂ ਤੈਨੂੰ ਸੰਸਾਰ ਤੋਂ ਪਾਰ ਕਰ ਦੇਵੇਗਾ। ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਹ ਬਖਸ਼ਿਸ਼ ਵਾਲਾ ਉਪਦੇਸ਼ ਹੈ। ਜਿਹੜਾ ਆਖਦਾ ਨਾ ਵੀ ਮੈਂ ਕਥਾ ਨਹੀਂ ਸੁਣ ਸਕਦਾ ਰੋਜ਼, ਮੈਂ ਰੋਜ਼ ਗੁਰੂ ਘਰ ਨਹੀਂ ਆ ਸਕਦਾ, ਮੈਂ ਰੋਜ਼ ਆ ਕੰਮ ਨਹੀਂ ਕਰ ਸਕਦਾ, ਉਹ ਇਹ ਬਚਨ ਹੀ ਕਮਾ ਲਵੇ। ਬਚਨ ਇਹ ਹੈ ਮਿਲ ਸਤਿਗੁਰ, ਗੁਰੂ ਦੇ ਨਾਲ ਮਿਲ ਕੇ ਬੋਇਥੜਾ ਹਰ ਚਰਨ ਅਰਾਧੇ। ਪ੍ਰਮਾਤਮਾ ਦਾ ਨਾਮ ਜਹਾਜ਼ ਹੈ, ਗੁਰੂ ਦੇ ਚਰਨਾਂ ਨਾਲ ਜੁੜ ਕੇ ਜਿਹਨੇ ਉਹਦੇ ਨਾਮ ਨੂੰ ਜਪਿਆ, ਸਤਿਗੁਰ ਪਾਰ ਲੰਘਾਏ, ਗੁਰੂ ਉਹਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ। ਲਓ ਜੀ, ਆਪਾਂ ਇਹ ਬਚਨ ਕਮਾ ਲਿਆ ਤੇ ਅੱਜ ਦੁਨੀਆ ਤੋਂ ਪਾਰ ਹੋ ਜਾਵਾਂਗੇ। ਪਰ ਜੇ ਗੁਰਮੁਖੋ ਬਚਨ ਨਾ ਕਮਾਇਆ, ਫਿਰ ਉਸ ਤਰ੍ਹਾਂ ਹੀ ਜਿਵੇਂ ਬੰਦਾ ਜਹਾਜ਼ ਦੇ ਕਿਨਾਰੇ 'ਤੇ ਖਲੋਤਾ ਹੈ ਨਾ, ਕੰਢੇ 'ਤੇ, ਬਸ ਉੱਥੇ ਹੀ ਖਲੋਤੇ ਰਵਾਂਗੇ, ਪ੍ਰਾਪਤੀ ਕੋਈ ਨਹੀਂ ਹੈ। ਪ੍ਰਾਪਤੀ ਤਾਂ ਹੈ ਜੇ ਦੱਸੇ ਹੋਏ ਰਾਹ 'ਤੇ ਚੱਲਾਂਗੇ, ਐਸੀ ਬਖਸ਼ਿਸ਼ ਹੁੰਦੀ ਹੈ। ਗੁਰ ਸ਼ਬਦੀ ਤਰੀਐ ਬਹੁ ਨ ਮਰੀਐ। ਜਿਹੜੇ ਗੁਰੂ ਦੇ ਸ਼ਬਦ ਨੂੰ ਜਪਦੇ ਨੇ। ਗੁਰੂ ਦਾ ਸ਼ਬਦ ਕੀ ਹੈ? ਗੁਰੂ ਦਾ ਉਪਦੇਸ਼।
ਜਿਹੜੇ ਗੁਰੂ ਦੇ ਉਪਦੇਸ਼ ਨੂੰ ਲੈ ਕੇ ਉਹਦੀ ਕਮਾਈ ਕਰਦੇ ਨੇ। ਤੇ ਮਹਾਰਾਜ ਕਹਿਣ ਲੱਗੇ ਫਿਰ ਉਹ ਤਰ ਜਾਂਦੇ ਦੁਨੀਆ ਤੋਂ। ਬਾਹਰ ਨਾ ਮਰੀਏ, ਫਿਰ ਦੁਬਾਰਾ ਉਹ ਮਰਦੇ ਨਹੀਂ। ਦੁਬਾਰਾ ਮਰਨਾ ਨਹੀਂ ਹੋਵੇਗਾ। ਬਾਹਰ ਹਮ ਕਾਹੇ ਆਵੇਂਗੇ, ਦੁਬਾਰਾ ਆਉਣਾ ਹੀ ਕਿਉਂ ਹੈ? ਅਸੀਂ ਕਿਉਂ ਆਏ ਹਾਂ? ਅਸੀਂ ਆਏ ਹਾਂ ਨਾਮ ਜਪਣ ਵਾਸਤੇ। ਨਾਮ ਨਹੀਂ ਜਪਿਆ ਤੇ ਦੁਬਾਰਾ ਫਿਰ ਆਉਣਾ ਪਵੇਗਾ। ਨਹੀਂ ਜਪਿਆ ਦੁਬਾਰਾ ਫਿਰ ਆਉਣਾ ਪਵੇਗਾ। ਪਰ ਜੇ ਅਸੀਂ ਲਿਆ ਜਪ, ਫਿਰ ਦੁਬਾਰਾ ਨਹੀਂ ਆਉਣਾ ਪਵੇਗਾ। ਕਿਉਂਕਿ ਪੜ੍ਹਾਈ ਉਹਨਾਂ ਚਿਰ ਚੱਲਦੀ ਹੈ ਨਾ ਜਿੰਨਾ ਚਿਰ ਬੰਦਾ ਪਾਸ ਨਹੀਂ ਹੁੰਦਾ। ਜਦੋਂ ਪਾਸ ਹੋ ਜਾਵੇ ਫਿਰ ਉਸ ਕਲਾਸ ਵਿੱਚ ਬੈਠਣ ਦੀ ਲੋੜ ਨਹੀਂ ਹੈ। ਉਸ ਕਲਾਸ ਵਿੱਚ ਉਹਨਾਂ ਚਿਰ ਹੀ ਬੈਠਾ ਜਿੰਨਾ ਚਿਰ ਪਾਸ ਨਹੀਂ ਹੁੰਦਾ। ਤੇ ਜਦੋਂ ਪਾਸ ਹੋ ਗਿਆ, ਹੁਣ ਮੰਨ ਲਓ ਪਾਸ ਹੋ ਕੇ ਕੋਈ ਅਫਸਰ ਲੱਗ ਜਾਵੇ ਤੇ ਮੁੜ ਕੇ ਆ ਕੇ ਵੀ ਪਹਿਲੀ ਕਲਾਸ 'ਚ ਬੈਠਣਾ ਹੈ, ਨਹੀਂ, ਉਹਨੂੰ ਪਹਿਲੀ ਕਲਾਸ ਵਿੱਚ ਬੈਠਣ ਦੀ ਲੋੜ ਨਹੀਂ ਹੈ। ਉਹ ਪਾਸ ਹੋ ਗਿਆ ਹੈ। ਪਰ ਉਹਨਾਂ ਚਿਰ ਪਹਿਲੀ ਕਲਾਸ ਵਿੱਚ ਹੀ ਰਹਿਣਾ ਪਵੇਗਾ ਜਿੰਨਾ ਚਿਰ ਪਾਸ ਨਹੀਂ ਹੁੰਦਾ। ਜੇ ਫੇਲ ਹੋ ਰਿਹਾ ਫਿਰ ਉਹਨੂੰ ਉੱਥੇ ਹੀ ਬੈਠਣਾ ਪਵੇਗਾ। ਇਸੇ ਤਰ੍ਹਾਂ ਗੁਰਮੁਖੋ, ਜਿੰਨਾ ਚਿਰ ਅਸੀਂ ਨਾਮ ਨਹੀਂ ਜਪਦੇ ਉਹਨਾਂ ਚਿਰ ਫੇਲ ਆ, ਤੇ ਜਿੰਨਾ ਚਿਰ ਫੇਲ ਆ ਇਸ ਦੁਨੀਆ ਵਿੱਚ ਆਉਣਾ ਪਵੇਗਾ। ਤੇ ਜਦੋਂ ਅਸੀਂ ਨਾਮ ਜਪਿਆ ਹੋ ਗਏ ਪਾਸ, ਫਿਰ ਇਸ ਦੁਨੀਆ 'ਚ ਨਹੀਂ ਆਉਣਾ ਪਵੇਗਾ। ਬਾਹਰ ਹਮ ਕਾਹੇ ਆਵੇਂਗੇ। ਸਤਿਗੁਰੂ ਕਹਿਣ ਲੱਗੇ, ਭਾਈ ਗੁਰਸਬਦੀ ਤਰੀਏ ਬਾਹਰ ਨਾ ਮਰੀਏ। ਗੁਰੂ ਦੇ ਸ਼ਬਦ ਨੂੰ ਜਪੇਗਾ ਫਿਰ ਤੇਰਾ ਮਰਨਾ ਨਹੀਂ ਹੁੰਦਾ ਹੈ। ਇਹ ਆਉਣਾ ਜਾਣਾ ਖਤਮ ਹੋ ਜਾਏਗਾ। ਦੁਨੀਆ ਤੇ ਜਨਮ ਲੈ ਕੇ ਆਉਣਾ, ਮਰ ਕੇ ਜਾਣਾ, ਇਹ ਸਭ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ, ਰਹਿੰਦਾ ਨਹੀਂ ਹੈ। ਜੋ ਕੁਛ ਕਰੈ ਸੋਈ ਭਲ ਮਾਨੋ। ਗੁਰਮੁਖੋ, ਦੂਜਾ ਬਚਨ ਇਹ ਹੈ ਆਪਣੀ ਜ਼ਿੰਦਗੀ ਵਿੱਚ ਕਮਾਉਣ ਵਾਲਾ। ਕਈ ਵਾਰੀ ਅਸੀਂ ਬਾਣੀ ਵੀ ਪੜ੍ਹਦੇ ਹਾਂ, ਅਸੀਂ ਸੇਵਾ ਵੀ ਕਰਦੇ ਹਾਂ, ਅਸੀਂ ਨਾਮ ਵੀ ਜਪਦੇ ਹਾਂ, ਪਰ ਇਹ ਸਭ ਕੁਝ ਕਰਨ ਦੇ ਨਾਲ ਨਾਲ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਹਾਂ ਵੀ ਆਹ ਕੰਮ ਚੰਗਾ ਨਹੀਂ ਹੋਇਆ, ਆਹ ਪਰਮਾਤਮਾ ਨੇ ਠੀਕ ਨਹੀਂ ਕੀਤਾ, ਆਹ ਰੱਬ ਠੀਕ ਨਹੀਂ ਕਰਦਾ ਪਿਆ। ਮਹਾਰਾਜ ਕਹਿਣ ਲੱਗੇ ਦੂਜਾ ਬਚਨ ਵੀ ਕਮਾਲ ਹੈ। ਦੂਜਾ ਬਚਨ ਹੈ, ਜੋ ਪ੍ਰਭ ਜੋ ਕਿਛ ਕਰੈ ਸੋਈ ਭਲ ਮਾਨੋ। ਜੋ ਕੁਝ ਵੀ ਉਹ ਕਰਦਾ ਹੈ ਉਹਨੂੰ ਭਲਾ ਕਰਕੇ ਮੰਨ। ਪਰਮਾਤਮਾ ਨੇ ਠੀਕ ਹੀ ਕੀਤਾ ਹੈ, ਠੀਕ ਨਹੀਂ ਕੀਤਾ, ਬਹੁਤ ਵਧੀਆ ਕੀਤਾ ਹੈ। ਜੋ ਪ੍ਰਭ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਪਰਮਾਤਮਾ ਜੋ ਤੂੰ ਕਰਦਾ ਹੈ ਉਹ ਬੜਾ ਚੰਗਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਜਪਜੀ ਸਾਹਿਬ ਦਾ ਪਾਠ ਪੜ੍ਹਿਆ ਨਾ, ਸਵੇਰੇ ਆਪਾਂ ਨਿਤਨੇਮ ਕੀਤਾ, ਉਹਦੇ ਵਿੱਚ ਆਪਾਂ ਇਹ ਬਚਨ ਪੜ੍ਹਿਆ, ਜੋ ਤੈਨੂੰ ਭਾਉਂਦਾ ਹੈ ਉਹ ਸਭ ਤੋਂ ਚੰਗਾ ਹੈ। ਪਰ ਗੁਰਮੁਖੋ, ਚੰਗਾ ਅਸੀਂ ਉਦੋਂ ਕਹਿੰਦੇ ਹਾਂ ਜਦੋਂ ਤੇ ਮੈਨੂੰ ਕੁਝ ਮਿਲ ਗਿਆ, ਮੈਂ ਆਖਣਾ ਵਾਹ ਵਾਹ ਬੜਾ ਚੰਗਾ, ਤੇ ਜਦੋਂ ਮੈਨੂੰ ਨਾ ਮਿਲਿਆ ਬਹੁਤ ਮਾੜਾ ਹੈ। ਨਹੀਂ, ਤੈਨੂੰ ਮਿਲੇ ਤੇ ਭਾਵੇਂ ਨਾ ਮਿਲੇ, ਦੋਨਾਂ ਅਵਸਥਾ ਦੇ ਵਿੱਚ ਇਹ ਗੱਲ ਕਹਿਣੀ ਹੈ ਬੜਾ ਚੰਗਾ ਹੈ। ਤੁਮ ਕਰੋ ਭਲਾ। ਪਰਮਾਤਮਾ ਤੂੰ ਤੇ ਸਾਰਿਆਂ ਦਾ ਭਲਾ ਹੀ ਕਰਦਾ, ਚੰਗਾ ਹੀ ਕਰਦਾ, ਮਾੜਾ ਨਹੀਂ ਤੂੰ ਕਿਸੇ ਦਾ ਕਰਦਾ। ਪਰ ਦੁਨੀਆ ਦੇ ਲੋਕ ਭਲੋ ਨਾ ਮੰਨੈ, ਕਹਿੰਦੇ ਵੀ ਰੱਬ ਨੇ ਚੰਗਾ ਨਹੀਂ ਕੀਤਾ। ਇੱਥੇ ਪਾਣੀ ਕਿਉਂ ਆ ਗਿਆ, ਇੱਥੇ ਤੂਫਾਨ ਕਿਉਂ ਆ ਗਿਆ, ਇੱਥੇ ਭੁਚਾਲ ਕਿਉਂ ਆ ਗਿਆ, ਇੱਥੇ ਦੁਨੀਆ ਰੋਟੀ ਕਿਉਂ ਖਾਂਦੀ ਪਈ ਹੈ, ਇੱਥੇ ਦੁਨੀਆ ਭੁੱਖੀ ਕਿਉਂ ਮਰਦੀ ਪਈ ਹੈ। ਅਸੀਂ ਰੱਬ ਦੇ ਕੀਤੇ ਨੂੰ ਕਦੇ ਚੰਗਾ ਨਹੀਂ ਆਖਿਆ, ਸਗੋਂ ਉਹਦੇ ਵਿੱਚ ਵੀ ਸ਼ੰਕਾ ਕਿੰਤੂ। ਭਾਵ ਇਹ ਹੁੰਦਾ ਵੀ ਰੱਬ ਨਿਆਣਾ ਹੈ ਤੇ ਅਸੀਂ ਸਿਆਣੇ ਹਾਂ, ਰੱਬ ਨੂੰ ਸਲਾਹ ਦਿੰਦੇ ਆ ਵੀ ਇੱਦਾਂ ਨਹੀਂ ਤੇ ਇੱਦਾਂ ਕਰ। ਸਤਿਗੁਰੂ ਕਹਿਣ ਲੱਗੇ ਨਹੀਂ, ਦੂਜਾ ਬਚਨ ਇਹ ਮੰਨਣਾ ਹੈ, ਕਰੈ ਸੋਈ ਭਲ ਮਾਨੋ। ਜੋ ਪ੍ਰਭ ਕਰੈ ਸੋਈ ਭਲ ਮਾਨੋ। ਪਰਮਾਤਮਾ ਜੋ ਕਰਦਾ ਹੈ ਉਹਨੂੰ ਚੰਗਾ ਕਰਕੇ ਮੰਨ ਵੀ ਤੂੰ ਠੀਕ ਕੀਤਾ ਹੈ, ਬਹੁਤ ਵਧੀਆ ਕੀਤਾ ਹੈ, ਤੇਰੇ ਵਰਗਾ ਤੇ ਕਰ ਕੋਈ ਨਹੀਂ ਸਕਦਾ ਹੈ। ਇਸ ਤਰ੍ਹਾਂ ਬੇਨਤੀ ਕਰ, ਤਾਂ ਮਨ ਸਹਿਜ ਸਮਾਣਾ, ਤਾਂ ਤੇਰਾ ਮਨ ਸ਼ਾਂਤੀ ਵਿੱਚ ਸਮਾਏਗਾ। ਸਾਡੇ ਮਨ ਨੂੰ ਸ਼ਾਂਤੀ ਕਿਉਂ ਨਹੀਂ ਹੈ?
ਦੁਨੀਆ ਸ਼ਾਂਤੀ ਲੱਭਣ ਵਾਸਤੇ ਦੇਸ਼ ਚਲੇ ਗਈ, ਕੋਈ ਵਿਦੇਸ਼ ਚਲੇ ਗਈ, ਵਿਦੇਸ਼ ਵਾਲੇ ਅੱਗੇ ਹੋਰ ਕਿਸੇ ਦੇਸ਼ ਚਲੇ ਗਏ, ਸ਼ਾਂਤੀ ਲੱਭੀਏ। ਪਰ ਜਿੱਥੇ ਮਰਜ਼ੀ ਚਲੇ ਜਾਈਏ, ਸ਼ਾਂਤੀ ਤੇ ਉਦੋਂ ਹੋਣੀ ਹੈ ਜਦੋਂ ਪ੍ਰਮਾਤਮਾ ਦੇ ਹੁਕਮ ਨੂੰ ਮੰਨ ਲਵਾਂਗੇ, ਫਿਰ ਸ਼ਾਂਤੀ ਹੀ ਸ਼ਾਂਤੀ ਹੈ। ਪਰ ਜਿੰਨਾ ਚਿਰ ਇਹਦੇ ਹੁਕਮ ਨੂੰ ਨਹੀਂ ਨਾ ਮੰਨਦੇ, ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲਾ ਜਾ, ਕੋਈ ਨਾ ਕੋਈ ਤੰਗੀ ਪਰੇਸ਼ਾਨੀ ਤੇ ਸਾਰੇ ਥਾਵਾਂ ਤੇ ਹੀ ਹੈ। ਸਤਿਗੁਰੂ ਕਹਿਣ ਲੱਗੇ ਜਦੋਂ ਉਹਦੇ ਭਾਣੇ ਨੂੰ ਮੰਨੇਗਾ ਤੇਰਾ ਮਨ ਸਹਿਜ ਵਿੱਚ ਸਮਾ ਜਾਏਗਾ, ਸ਼ਾਂਤੀ ਵਿੱਚ ਸਮਾ ਜਾਂਦਾ ਹੈ। ਦੁੱਖ ਨਾ ਭੂਖ ਨਾ ਰੋਗ ਨਾ ਵਿਆਪੈ, ਸੁਖ ਸਾਗਰ ਸਰਣੀ ਪਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੁੱਖਾਂ ਦੇ ਸਾਗਰ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਜਾਵੇਂਗਾ, ਫਿਰ ਤੈਨੂੰ ਦੁੱਖ ਨਹੀਂ ਲੱਗੇਗਾ। ਹੁਣ ਸਾਨੂੰ ਦੁੱਖ ਲੱਗਦਾ ਨਾ, ਕੋਈ ਸਾਨੂੰ ਮਾੜਾ ਸੁਨੇਹਾ ਮਿਲ ਜਾਏ, ਫਲਾਣਾ ਰਿਸ਼ਤੇਦਾਰ ਪੂਰਾ ਹੋ ਗਿਆ, ਬੜਾ ਦੁੱਖ ਹੁੰਦਾ। ਸਾਨੂੰ ਰਾਹ ਜਾਂਦੇ ਨੂੰ ਕੰਡਾ ਚੁੱਭ ਜਾਵੇ, ਕੋਈ ਸਾਡਾ ਨੁਕਸਾਨ ਹੋ ਜਾਵੇ, ਬੜਾ ਦੁੱਖ ਹੁੰਦਾ, ਕਿਉਂਕਿ ਅਸੀਂ ਦੁੱਖ ਸੁੱਖ ਦੇ ਨਾਲ ਹੀ ਜੁੜੇ ਹੋਏ ਹਾਂ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਜਦੋਂ ਤੂੰ ਸੁੱਖਾਂ ਦੇ ਸਾਗਰ ਪ੍ਰਮਾਤਮਾ ਦੇ ਨਾਲ ਜੁੜ ਗਿਆ ਨਾ, ਤੈਨੂੰ ਦੁੱਖ ਲੱਗੇਗਾ ਹੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਜੁੜ ਜਾਵੇਂਗਾ, ਦੁੱਖ ਵੀ ਤੈਨੂੰ ਦੁੱਖ ਹੋ ਕੇ ਨਹੀਂ ਲੱਗੇਗਾ। ਕਿਸੇ ਬੰਦੇ ਨੂੰ ਮਾਰਨਾ ਹੈ, 1 ਮਿੰਟ ਦਾ ਕੰਮ ਹੈ, ਤਿੱਖਾ ਸ਼ਸਤਰ ਲੈ ਕੇ ਆਓ, ਧੌਣ ਤੇ ਵਾਰ ਕਰੋ, ਉਹ ਝੱਟ ਮਰ ਜਾਂਦਾ। ਪਰ ਕਿਸੇ ਨੂੰ ਡਰਾਉਣ ਵਾਸਤੇ, ਕਿਸੇ ਨੂੰ ਦੁਖੀ ਕਰਨ ਵਾਸਤੇ ਹੁਕਮ ਇਹ ਹੋ ਗਿਆ, ਬਹੁਤ ਸਾਰੀ ਰੂਈ ਇਕੱਠੀ ਕੀਤੀ ਜਾਵੇ, ਰੂਹ ਲਿਆਂਦੀ ਜਾਵੇ, ਲਿਆਂਦੀ ਗਈ ਹੈ। ਰੂਈ ਨੂੰ ਰੁੱਖ ਦੇ ਦੁਆਲੇ ਲਪੇਟਿਆ ਗਿਆ, ਰੁੱਖ ਦੇ ਨਾਲ ਬੰਨਿਆ ਗਿਆ, ਲੋਹੇ ਦੀਆਂ ਤਾਰਾਂ ਪਾ ਕੇ। ਉਸ ਰੁੱਖ ਦੇ ਨਾਲ ਇੱਕ ਬੰਦਾ ਬੰਨਿਆ ਗਿਆ, ਬੰਦੇ ਦੇ ਉੱਪਰ ਵੀ ਰੂਈ ਦੇ ਢੇਰ ਲਾ ਦਿੱਤੇ, 4 ਚੁਫੇਰੇ ਰੂਈ ਬੰਨ੍ਹ ਦਿੱਤੀ ਹੈ। ਮਾੜਾ ਜਿਹਾ ਸਿਰ ਹੀ ਬਾਹਰ ਹੈ, ਨੱਕ ਬਾਹਰ ਹੈ, ਵੀ ਇੱਥੋਂ ਇਹਨੂੰ ਮਾੜੀ ਮਾੜੀ ਹਵਾ ਸਾਹ ਆਉਂਦਾ ਰਵੇ, ਦਮ ਘੁੱਟ ਕੇ ਨਾ ਮਰੇ, ਸੜ ਕੇ ਮਰੇ। ਫਿਰ ਉਸ ਰੂਈ ਨੂੰ ਅੱਗ ਲਾ ਦਿੱਤੀ। ਰੂਈ ਨੂੰ ਅੱਗ ਲੱਗੀ ਹੈ, ਉੱਤੇ ਘਿਓ ਪਾਇਆ, ਰੂਈ ਜੂੰ ਮਚਣੀ ਸ਼ੁਰੂ ਹੋਈ ਹੈ। ਸਵੇਰ ਤੋਂ ਸ਼ਾਮ ਪੈ ਗਈ ਹੈ, ਹੌਲੀ ਹੌਲੀ ਮਚਦੀ ਪਈ ਹੈ, ਵਿੱਚ ਬੱਧਾ ਹੋਇਆ ਬੰਦਾ ਸੜਦਾ ਪਿਆ। ਰਾਤ ਪੈ ਗਈ ਹੈ, ਰਾਤ ਤੋਂ ਫਿਰ ਦਿਨ ਚੜ੍ਹ ਗਿਆ ਹੈ, ਸਾਰੀ ਰਾਤ ਫਿਰ ਉਹ ਰੂਈ ਮਚਦੀ ਰਹੀ ਹੈ, ਉਸ ਰੂਈ ਵਿੱਚ ਫਿਰ ਸਰੀਰ ਮਚਦਾ ਰਿਹਾ। ਬੰਦਾ ਮਾਰਨਾ ਤੇ 1 ਮਿੰਟ ਦਾ ਕੰਮ ਹੈ, ਬੰਦੇ ਨੂੰ ਤੜਫਾਉਣਾ, ਦੁੱਖ ਦੇਣਾ, ਇਹ ਕੁਰਲਾਵੇ, ਇਹ ਹਾਏ ਕਰੇ, ਇਹ ਮਿੰਨਤ ਕਰੇ, ਉਹਦੇ ਵਾਸਤੇ ਸਮੇਂ ਦੀ ਸਰਕਾਰ ਨੇ ਇਹ ਕਾਨੂੰਨ ਬਣਾਇਆ, ਇਹ ਸਜ਼ਾ ਬਣਾਈ ਵੀ ਇਹਨੂੰ ਰੂਈ ਵਿੱਚ ਲਪੇਟ ਕੇ ਅੱਗ ਲਾਓ। ਰੂਈ ਸੜੇਗੀ, ਇਹ ਦੁਖੀ ਹੋ ਕੇ ਚੀਕਾਂ ਮਾਰੇਗਾ, ਮਿੰਨਤਾਂ ਕਰੇਗਾ। ਪਰ ਗੁਰਮੁਖੋ ਰੂਈ ਵੀ ਸੜ ਗਈ, ਰੁੱਖ ਵੀ ਸੜ ਗਿਆ, ਬੱਧਾ ਹੋਇਆ ਉਹ ਸਰੀਰ ਵੀ ਸਾਰਾ ਸੜ ਗਿਆ, ਹੌਲੀ ਹੌਲੀ ਕਰਕੇ ਹੱਡੀਆਂ ਵੀ ਸੜ ਗਈਆਂ, ਮਾਸ ਵੀ ਸੜ ਗਿਆ, ਖੋਪਰੀ ਵੀ ਸੜ ਗਈ ਹੈ। ਪਰ ਉਸ ਰੂਈ ਵਿੱਚ ਬੱਧਾ ਹੋਇਆ ਜਿਹੜਾ ਵਿਅਕਤੀ ਹੈ ਨਾ, ਨਾਮ ਹੈ ਭਾਈ ਸਤੀ ਦਾਸ, ਸਿੱਖ ਹੈ ਗੁਰੂ ਤੇਗ ਬਹਾਦਰ ਮਹਾਰਾਜ ਦਾ। ਐਸੇ ਚਰਨ ਆਪਣੇ ਮਨ ਵਿੱਚ ਸਤਿਗੁਰਾਂ ਦੇ ਵਸਾਏ, ਇੱਕ ਵਾਰੀ ਵੀ ਮੁਖੋਂ ਇਹ ਨਹੀਂ ਆਖਿਆ ਹਾਏ, ਸੀ, ਦਰਦ, ਪੀੜ, ਕੋਈ ਚੀਕ ਮਾਰੀ ਹੋਵੇ। ਮਹਾਰਾਜ ਕਹਿਣ ਲੱਗੇ ਜੋ ਨਰ ਦੁੱਖ ਮੈਂ, ਮਿਲ ਕੇ ਆਖੀਏ ਜੋ ਨਰ ਦੁੱਖ ਮੈਂ। ਇਹ ਹੈ ਉਹ ਜਿਨ੍ਹਾਂ ਨੇ ਚਰਨਾਂ ਨੂੰ ਅਰਾਧਿਆ ਹੈ, ਜਿਹੜੇ ਉਹਦੇ ਵਿੱਚ ਸਮਾਏ ਨੇ, ਜਿਨ੍ਹਾਂ ਨੇ ਸੁਖ ਸਾਗਰ ਪ੍ਰਮਾਤਮਾ ਨੂੰ ਪਾਇਆ ਹੈ। ਸੁਖ ਸਾਗਰ ਕੌਣ ਹੈ? ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਐਸੇ ਗੁਰੂ ਦੇ ਚਰਨਾਂ ਨੂੰ ਪ੍ਰਾਪਤ ਕਰ ਲਿਆ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਦੁੱਖ ਨਾ, ਉਹਨਾਂ ਨੂੰ ਦੁੱਖ ਦਿੱਤਿਆਂ ਵੀ ਦੁੱਖ ਨਹੀਂ ਲੱਗਦਾ ਹੈ। ਦੁਨੀਆ ਦੇ ਲੋਕਾਂ ਨੂੰ ਜਿੰਨਾ ਮਰਜ਼ੀ ਸੁੱਖ ਦੇ ਦਿਓ, ਫਿਰ ਵੀ ਦੁਖੀ ਰਹਿਣਗੇ। ਆਪਾਂ ਵਿਆਹ ਸ਼ਾਦੀ ਕਰਦੇ ਆ ਨਾ ਆਪਣੇ ਪੁੱਤਰ ਧੀ ਦਾ, ਪੈਲਸ ਬੁੱਕ ਕਰੀਦਾ, ਕਈ ਤਰ੍ਹਾਂ ਦੇ ਉੱਥੇ ਪਕਵਾਨ ਬਣਾਈ ਦੇ, ਕਈ ਤਰ੍ਹਾਂ ਦੇ ਬੰਦੇ ਉੱਥੇ ਸੇਵਾਦਾਰ ਲਾਈ ਦੇ। ਕਾਹਦੇ ਵਾਸਤੇ? ਮੇਰੇ ਰਿਸ਼ਤੇਦਾਰ ਆਉਂਦੇ ਨੇ, ਉਹਨਾਂ ਨੂੰ ਸੁੱਖ ਦੇਵਾਂ, ਉਹ ਵਾਧੂ ਖਾਣ ਇੱਥੋਂ ਆ ਕੇ।
ਇੰਜੋਏ ਕਰਨ, ਭੰਗੜਾ ਪਾਉਣ, ਖੁਸ਼ ਹੋਣ। ਸੁੱਖ ਦੇਣ ਵਾਸਤੇ ਹੀ ਆਪਾਂ ਕਰਦੇ ਹਾਂ ਨਾ ਸਾਰਾ ਕੁਝ। ਪਰ ਉਹ ਜਿਹੜੇ ਰਿਸ਼ਤੇਦਾਰ ਆਏ, ਉਹ ਜਾਂਦਿਆਂ ਮੋਟਾ ਮੂੰਹ ਲੈ ਕੇ ਜਾਂਦੇ, ਲੈ ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ, ਸਾਨੂੰ ਤਾਂ ਕੁਝ ਮਿਲਿਆ ਹੀ ਨਹੀਂ। ਆਪਾਂ ਸੁੱਖ ਦੇਣ ਦਾ ਯਤਨ ਕੀਤਾ ਪਰ ਉਹ ਦੁਖੀ ਹੋਏ ਬੈਠੇ। ਦੁਨੀਆ ਨੂੰ ਸੁੱਖ ਦਈਏ ਤੇ ਦੁਨੀਆ ਦੁਖੀ ਹੈ, ਨਾਮ ਜਪਣ ਵਾਲਿਆਂ ਨੂੰ ਦੁੱਖ ਦਈਏ ਤੇ ਉਹ ਦੁੱਖ ਦੇ ਵਿੱਚ ਵੀ ਸੁਖੀ ਹਨ। ਇੱਕ ਵਾਰੀ ਆਖੀਏ ਸਤਨਾਮ। ਇਹ ਨਾਮ ਦੀ ਕਮਾਈ, ਇਹ ਨਾਮ ਦੀ ਮਹਿਮਾ ਹੈ। ਦੁਨੀਆ ਨੂੰ ਸੁੱਖ ਦੇਣਾ, ਦੁਨੀਆ ਦੁਖੀ ਹੁੰਦੀ ਹੈ। ਰੱਬ ਦੇ ਪਿਆਰਿਆਂ ਨੂੰ ਕੋਈ ਦੁੱਖ ਦੇਵੇ ਤੇ ਉਹ ਸੁਖੀ ਹੋ ਜਾਂਦੇ, ਉਹਨਾਂ ਨੂੰ ਦੁੱਖ ਲੱਗਦਾ ਹੀ ਨਹੀਂ ਹੈ। ਸੁਖ ਸਾਗਰ ਸਰਣੀ, ਸੁੱਖਾਂ ਦੇ ਸਾਗਰ ਪ੍ਰਮਾਤਮਾ ਦੀ ਸ਼ਰਨ ਵਿੱਚ ਜੋ ਪੈ ਗਿਆ, ਦੁੱਖ ਨਾ, ਉਹਨੂੰ ਫਿਰ ਦੁੱਖ ਨਹੀਂ ਲੱਗਦਾ ਹੈ। ਦੂਜਾ ਬਚਨ ਮਹਾਰਾਜ ਜੀਆਂ ਦਾ, ਭੂਖ ਨਾ, ਉਹਨਾਂ ਨੂੰ ਭੁੱਖ ਵੀ ਨਹੀਂ ਲੱਗਦੀ ਹੈ। ਸਾਨੂੰ ਭੁੱਖ ਹੈ ਦੁਨੀਆ ਦੇ ਪਦਾਰਥਾਂ ਦੀ, ਮੈਨੂੰ ਆਹ ਵੀ ਮਿਲ ਜਾਵੇ, ਮੈਨੂੰ ਆਹ ਵੀ ਮਿਲ ਜਾਵੇ, ਮੈਂ ਦੂਜੇ ਦੇ ਪਲਾਟ 'ਤੇ ਵੀ ਕਬਜ਼ਾ ਕਰ ਹੀ ਲਵਾਂ, ਮੈਂ ਘਰ ਦੇ ਬਾਹਰ ਜਿਹੜੀ ਜਗ੍ਹਾ ਛੱਡੀ ਹੋਈ ਹੈ ਨਾ ਉਹ ਵੀ ਵਿੱਚ ਹੀ ਵੱਲ ਲਵਾਂ। ਆਪਾਂ ਇੱਦਾਂ ਹੀ ਕਰਦੇ ਹਾਂ ਨਾ, ਘਰ ਬਣਾਏ, ਕੋਠੀਆਂ ਬਣਾਈਆਂ, ਮਹਿੰਗੀਆਂ ਮਹਿੰਗੀਆਂ ਬਣਾ ਲਈਆਂ, ਬੜਾ ਰਿਜ਼ਕ ਦਿੱਤਾ ਪਰਮਾਤਮਾ, ਪਰ ਜਿੰਨਾ ਚਿਰ ਅਸੀਂ ਉਹ 2-4 ਫੁੱਟ ਜਗ੍ਹਾ ਵੱਲ ਨਹੀਂ ਨਾ ਲੈਂਦੇ ਸੜਕ ਵਾਲੀ, ਉਹਨਾਂ ਚਿਰ ਸਾਨੂੰ ਉਹ ਸਵਾਦ ਜਿਹਾ ਨਹੀਂ ਆਉਂਦਾ, ਕਿਉਂਕਿ ਸਾਡੇ ਮਨ 'ਚ ਭੁੱਖ ਮਿਟੀ ਨਹੀਂ ਹੈ। ਵੈਸੇ ਉਹ ਜਗ੍ਹਾ ਸਾਡੇ ਵਾਸਤੇ ਸੀ ਵੀ ਅਸੀਂ ਖੁੱਲ੍ਹੇ ਤੌਰ 'ਤੇ ਉੱਥੋਂ ਲੰਘ ਸਕੀਏ, ਆਪਣੀ ਗੱਡੀ ਉੱਥੇ ਲਾ ਸਕੀਏ। ਗਲੀ ਦੀ ਜਗ੍ਹਾ ਵੀ, ਸੜਕ ਦੀ ਜਗ੍ਹਾ ਵੀ ਤੇ ਸਾਡੀ ਹੈ ਨਾ, ਸਾਡੇ ਵਰਤਨ ਵਿੱਚ ਹੀ ਆ ਰਹੀ ਹੈ। ਪਰ ਨਹੀਂ, ਜਿੰਨਾ ਚਿਰ ਉੱਤੇ ਚਾਰ ਦੀਵਾਰੀ ਵਲ ਕੇ ਉਹਨੂੰ ਕਬਜ਼ੇ 'ਚ ਨਹੀਂ ਨਾ ਲਿਆ ਜਾਂਦਾ, ਉਹਨਾਂ ਚਿਰ ਸਾਡੀ ਭੁੱਖ ਮਿਟਦੀ ਨਹੀਂ ਹੈ। ਇਹ ਬੰਦਾ ਐਸਾ ਹੈ, ਬੰਦੇ ਦੀ ਭੁੱਖ ਕਦੇ ਖਤਮ ਨਹੀਂ ਹੁੰਦੀ ਹੈ। ਦੂਜੇ ਦੀ ਜ਼ਮੀਨ 'ਤੇ, ਦੂਜੇ ਦੀ ਦੁਕਾਨ 'ਤੇ, ਦੂਜੇ ਦੇ ਕਾਰੋਬਾਰ 'ਤੇ, ਦੂਜੇ ਦੇ ਪਲਾਟ 'ਤੇ, ਇੱਥੋਂ ਤੱਕ ਕਿ ਜੇ ਗਲੀ ਵੀ ਲੰਘਦੀ ਪਈ ਹੈ ਤੇ ਉਹ 'ਤੇ ਵੀ ਨਜ਼ਰ ਹੀ ਹੈ ਵੀ ਮੈਂ ਇਹਨੂੰ ਵੀ ਆਪਣੇ ਕਬਜ਼ੇ ਵਿੱਚ ਹੀ ਕਰ ਲਵਾਂ। ਦੁਨੀਆ ਦੇ ਬੰਦਿਆਂ ਦੀ ਕਦੇ ਭੁੱਖ ਨਹੀਂ ਮਿਟਦੀ। ਅਸੀਂ ਦੂਜੇ ਉੱਪਰ ਉਂਗਲ ਜ਼ਰੂਰ ਕਰਦੇ ਹਾਂ, ਵੇਖੋ ਜੀ ਫਲਾਣਾ ਲੀਡਰ ਤੇ ਬੜਾ ਕੁਝ ਖਾ ਗਿਆ ਜੀ, ਭੁੱਖ ਨਹੀਂ ਨਿਕਲੇ। ਉਹਦੀ ਜ਼ਿਆਦੀ ਪਹੁੰਚ ਹੈ, ਉਹ ਜ਼ਿਆਦਾ ਖਾ ਗਿਆ, ਤੇਰੀ ਪਹੁੰਚ ਘੱਟ ਹੈ, ਖਾ ਤੇ ਤੂੰ ਵੀ ਗਿਆ ਹੈ, ਤੂੰ ਤੇ ਗਲੀ ਦੀ ਜਗ੍ਹਾ ਨਹੀਂ ਛੱਡੀ ਹੈ। ਭੁੱਖਾ ਤੇ ਤੂੰ ਵੀ ਹੋਵੇ ਤੇ ਜਿੰਨਾ ਹੀ ਹੈ, ਉਹਦਾ ਦਾ ਵੱਧ ਲੱਗਾ, ਤੇਰਾ ਘੱਟ ਲੱਗਾ, ਪਰ ਹੈ ਤੂੰ ਵੀ ਉਸੇ ਕੈਟਾਗਰੀ ਦੇ ਵਿੱਚ ਹੀ। ਚੋਰੀ ਤੇ ਚੋਰੀ ਹੈ ਨਾ, ਭਾਵੇਂ ਕੱਖ ਦੀ ਕਰੋ ਤੇ ਭਾਵੇਂ ਲੱਖ ਦੀ ਕਰੋ। ਬੇਈਮਾਨੀ ਤੇ ਬੇਈਮਾਨੀ ਹੈ, ਭੁੱਖ ਤੇ ਭੁੱਖ ਹੈ, ਭਾਵੇਂ ਬਹੁਤੀ ਹੋਵੇ ਤੇ ਭਾਵੇਂ ਥੋੜ੍ਹੀ ਹੋਵੇ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਨਾਮ ਨਹੀਂ ਜਪਿਆ, ਨਾ ਦੁੱਖ ਮਿਟਦਾ ਨਾ ਭੁੱਖ ਮਿਟਦੀ ਹੈ। ਬੰਦੇ ਦੀ ਭੁੱਖ ਖਾਣ ਦੀ ਵੀ ਨਹੀਂ ਮਿਟਦੀ, ਪਾਉਣ ਦੀ ਨਹੀਂ ਮਿਟਦੀ ਤੇ ਜੋੜਨ ਦੀ ਵੀ ਨਹੀਂ ਮਿਟਦੀ ਹੈ। ਪਰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਭੁੱਖ ਰਹਿੰਦੀ ਨਹੀਂ ਹੈ। ਜੇ ਉਹਨਾਂ ਨੂੰ ਕਹਿ ਵੀ ਦਿੱਤਾ ਜਾਵੇ ਨਾ, ਮੰਗ ਕੀ ਚਾਹੀਦਾ, ਤੇ ਫਿਰ ਉਹ ਹੱਥ ਜੋੜ ਕੇ ਆਖਦੇ ਵੀ ਨਹੀਂ, ਸਾਨੂੰ ਕੁਝ ਨਹੀਂ ਚਾਹੀਦਾ। ਸਾਡੇ ਸਾਹਮਣੇ 2 ਸਾਖੀਆਂ ਨੇ, ਸਾਖੀਆਂ ਤਾਂ ਨਹੀਂ ਸੁਣਾਈ ਦੀਆਂ, ਇੱਕ ਤੇ ਸਮਾਂ ਲੱਗਦਾ, ਇੱਕ ਸਾਖੀਆਂ ਆਪਾਂ ਸੁਣੀਆਂ ਹੁੰਦੀਆਂ ਆਮ ਤੌਰ 'ਤੇ। ਭਾਈ ਮੰਝ ਨੇ ਵੀ ਸੇਵਾ ਕੀਤੀ, ਭਾਈ ਮਹਾਂ ਸਿੰਘ ਨੇ ਵੀ ਸੇਵਾ ਕੀਤੀ ਹੈ। ਪੰਜਵੇਂ ਪਾਤਸ਼ਾਹ ਨੇ ਮਹਾਂ ਸਿੰਘ ਨੂੰ, ਪੰਜਵੇਂ ਪਾਤਸ਼ਾਹ ਨੇ ਭਾਈ ਮੰਝ ਨੂੰ ਆਖਿਆ, ਮੰਗ ਕੀ ਚਾਹੀਦਾ। ਪਰ ਜਿਨ੍ਹਾਂ ਨੇ ਗੁਰੂ ਨੂੰ ਪਾਲਿਆ ਨੂੰ ਕਹਿੰਦੇ ਭੁੱਖ ਤੇ ਰਹਿ ਹੀ ਨਹੀਂ ਗਈ, ਕੀ ਮੰਗੀਏ, ਕੁਝ ਨਹੀਂ ਚਾਹੀਦਾ। 10ਵੇਂ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਨੂੰ ਆਖਿਆ, ਮੰਗ ਕੀ ਚਾਹੀਦਾ। ਮਹਾਰਾਜ ਕੁਝ ਨਹੀਂ ਚਾਹੀਦਾ, ਪ੍ਰਾਪਤੀ ਉਹਨਾਂ ਨੂੰ ਹੈ, ਸਾਨੂੰ ਕਿੱਥੋਂ ਪ੍ਰਾਪਤੀ ਹੋਣੀ। ਅਸੀਂ ਤੇ ਗੱਜ ਜਗ੍ਹਾ ਪਿੱਛੇ ਵੀ ਲੜ ਪੈਂਦੇ, ਬੇਈਮਾਨੀ ਰੱਖਦੇ, ਆਖਦੇ ਆ ਮੈਂ ਤੇ ਬੜਾ ਵੱਡਾ ਸਿੱਖ ਹਾਂ। ਦੂਜੇ ਦੀ ਗਲਤੀ ਕੱਢਣੀ ਬੜੀ ਸੌਖੀ ਹੈ। ਦੂਜਾ ਤੇ ਬੇਈਮਾਨ ਹੈ, ਦੂਜਾ ਤੇ ਚੋਰ ਹੈ, ਤੇ ਤੂੰ ਆਪ ਕੀ ਹੈ? ਤੂੰ ਵੀ ਉਹਨਾਂ ਵਿੱਚ ਹੀ ਹੈ ਨਾ। ਕੋਈ ਸਰਕਾਰ ਦੀ ਕਰਦਾ, ਕੋਈ ਗੁਆਂਢੀ ਦੀ ਕਰਦਾ, ਕਰਦੇ ਤੇ ਸਾਰੇ ਹੀ ਪਏ। ਮਹਾਰਾਜ ਕਹਿਣ ਲੱਗੇ, ਦੁਨੀਆ ਦੇ ਲੋਕਾਂ ਦੀ ਭੁੱਖ ਨਹੀਂ ਮਿਟਦੀ ਹੈ, ਦੁੱਖ ਨਾ ਭੂਖ ਨਾ। ਤੀਜਾ ਬਚਨ ਹੈ, ਰੋਗ ਨਾ। ਅਸੀਂ ਜਿੰਨੀ ਮਰਜ਼ੀ ਕਸਰਤ ਕਰ ਲਈਏ, ਜਿੰਨੀ ਮਰਜ਼ੀ ਸੈਰ ਕਰ ਲਈਏ, ਜਿੰਨਾ ਮਰਜ਼ੀ ਦੌੜ ਲਈਏ, ਇਹ ਵੰਨ ਖੁਰਾਕ ਖਾ ਲਈਏ, ਔਰਗੈਨਿਕ ਆਪਣੇ ਘਰ ਵਿੱਚ ਪੈਦਾ ਕਰਕੇ ਛਕ ਲਈਏ, ਰੋਗ ਤੇ ਸਾਨੂੰ ਫਿਰ ਵੀ ਕੋਈ ਨਾ ਕੋਈ ਲੱਗਾ ਹੈ।
ਬਿਮਾਰੀ ਤੇ ਫਿਰ ਵੀ ਹੈ, ਪਰ ਜਿਹੜੇ ਨਾਮ ਜਪਦੇ ਨਾ ਗੁਰਮੁਖੋ, ਉਹਨਾਂ ਨੂੰ ਰੋਗ ਵੀ ਨਹੀਂ ਲੱਗਦਾ ਹੈ, ਰੋਗ ਤੋਂ ਵੀ ਉਹ ਮੁਕਤ ਹੋ ਜਾਂਦੇ। ਸੁਖ ਸਾਗਰ ਸਰਣੀ, ਸੁੱਖਾਂ ਦੇ ਸਾਗਰ ਪ੍ਰਮਾਤਮਾ ਦੀ ਸ਼ਰਨ ਵਿੱਚ ਪੈਣ ਦੇ ਨਾਲ ਦੁੱਖ ਨਾ, ਭੂਖ ਨਾ, ਰੋਗ ਨਾ ਵਿਆਪੈ, ਨਾ ਦੁੱਖ ਲੱਗਦਾ, ਨਾ ਭੁੱਖ ਰਹਿੰਦੀ, ਤੇ ਨਾ ਹੀ ਕੋਈ ਰੋਗ ਲੱਗਦਾ। ਤੰਦਰੁਸਤੀ ਨੂੰ ਉਹ ਪ੍ਰਾਪਤ ਕਰਦੇ ਜਿਨ੍ਹਾਂ ਨੇ ਉਹਦੀ ਸ਼ਰਨ ਨੂੰ ਪ੍ਰਾਪਤ ਕੀਤਾ ਹੈ। ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਜਿਹੜੇ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੋਏ ਉਹਦੇ ਨਾਮ ਨੂੰ ਸਿਮਰ ਸਿਮਰ ਕੇ ਉਹਦੇ ਰੰਗ ਨੂੰ ਚਾੜ ਲੈਂਦੇ ਹਨ, ਮਨ ਕੀ ਚਿੰਤ ਮਿਟਾਏ, ਉਹਨਾਂ ਦੇ ਮਨ ਦੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ। ਮਨ ਦੀਆਂ ਚਿੰਤਾ ਰਹਿੰਦੀਆਂ ਨਹੀਂ ਉਹਨਾਂ ਦੀਆਂ, ਜਿਹੜੇ ਸਿਮਰਨ ਕਰਦੇ। ਗੁਰਮੁਖੋ, ਸਾਨੂੰ ਤੇ ਚਿੰਤਾ ਦਿਨੇ ਵੀ ਹੈ ਤੇ ਰਾਤ ਵੀ ਹੈ। ਰਾਤ ਵੀ ਸੋਚਦੇ ਰਹਿੰਦੇ, ਦਿਨੇ ਵੀ ਸੋਚਦੇ ਰਹਿੰਦੇ, ਨੀਂਦ ਨਹੀਂ ਆਉਂਦੀ ਹੈ, ਫਿਕਰਾਂ ਦੇ ਵਿੱਚ ਪਏ ਹੋਏ ਆ। ਪਰ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਉਹਨਾਂ ਨੂੰ ਚਿੰਤਾ ਰਹਿੰਦੀ ਕੋਈ ਨਹੀਂ ਹੈ। ਭਗਤ ਕਬੀਰ ਸਾਹਿਬ ਨੂੰ ਕਿਸੇ ਨੇ ਆਖਿਆ ਨਾ ਵੀ ਤੇਰੇ ਘਰ ਵਿੱਚ ਲੰਗਰ ਹੈ, 2-4 ਹਜ਼ਾਰ ਸਾਧੂ ਆ ਰਿਹਾ ਤੇਰੇ ਘਰ ਦੇ ਵਿੱਚ। ਗੁਰਮੁਖੋ, ਉਹਦੇ ਘਰ ਵਿੱਚ ਪ੍ਰਸ਼ਾਦਾ ਛਕਣ ਨੂੰ, ਆਪਣੇ ਪ੍ਰਸ਼ਾਦਾ ਛਕਣ ਨੂੰ ਅੰਨ ਨਹੀਂ ਹੈ, ਇੰਨੀ ਗਰੀਬੀ ਹੈ ਘਰ ਦੇ ਵਿੱਚ। ਤੇ ਘਰ ਦੇ ਵਿੱਚ 2-4 ਹਜ਼ਾਰ ਬੰਦੇ ਦਾ ਸੁਨੇਹਾ ਮਿਲ ਜਾਵੇ ਤੇ ਬੰਦੇ ਦੇ ਪੈਰਾਂ ਥੱਲਿਓਂ ਜ਼ਮੀਨ ਨਹੀਂ ਨਿਕਲ ਜਾਂਦੀ। ਮੰਨ ਲਓ ਸਾਡੇ ਘਰੇ ਆਪਾਂ ਬੈਠੇ ਹਾਂ, ਸਾਨੂੰ ਕੋਈ ਫੋਨ ਹੀ ਆ ਜਾਵੇ, ਫਲਾਣਾ ਰਿਸ਼ਤੇਦਾਰ ਆਉਂਦਾ ਪਿਆ, ਸਾਡੇ ਘਰ ਵਿੱਚ ਸਾਰਾ ਕੁਝ ਹੀ ਹੁੰਦਾ, ਖਾਣ ਵਾਲਾ, ਪੀਣ ਵਾਲਾ, ਬੈਠਣ ਬਿਠਾਉਣ ਵਾਲਾ। ਚਿੰਤਾ ਤੇ ਸਾਨੂੰ ਵੀ ਪੈ ਜਾਂਦੀ ਹੈ, ਹੁਣ ਕੀ ਕਰਾਂਗੇ। ਸਾਰਾ ਟੱਬਰ ਉਸੇ ਵੇਲੇ ਭੱਜ ਕੇ ਕੋਈ ਸਫਾਈ ਕਰਦਾ, ਕੋਈ ਉਸੇ ਤਰ੍ਹਾਂ ਵਸਤੂਆਂ ਇਕੱਠੀਆਂ ਕਰਦਾ, ਪ੍ਰਾਹੁਣਾ ਆ ਰਿਹਾ। ਅਜੇ ਕਿ 1-2 ਹੀ ਆ ਰਹੇ ਨੇ, ਔਰ ਸਾਡੇ ਘਰ ਵਿੱਚ ਸਾਰਾ ਕੁਝ ਸਾਨੂੰ ਫਿਕਰ ਪੈ ਗਿਆ, ਚਿੰਤਾ ਪੈ ਗਈ। ਕਬੀਰ ਸਾਹਿਬ ਦੇ ਘਰ ਵਿੱਚ ਪ੍ਰਸ਼ਾਦਾ ਛਕਣ ਨੂੰ ਰਾਸ਼ਨ ਨਹੀਂ ਹੈ। ਸੁਣਿਆ ਮਿਲਿਆ ਵੀ 4-5 ਹਜ਼ਾਰ ਸਾਧੂ ਆਉਂਦਾ ਪਿਆ ਤੇਰੇ ਘਰ ਰੋਟੀ ਖਾਣ ਵਾਸਤੇ। ਕਹਿਣ ਲੱਗਾ ਕੋਈ ਗੱਲ ਨਹੀਂ, ਜਿਹਨੇ ਭੇਜਿਆ ਉਹ ਆਪੇ ਇੰਤਜ਼ਾਮ ਕਰੇਗਾ। ਆਪ ਜਾ ਕੇ ਬੈਠ ਗਿਆ ਜੰਗਲ ਵਿੱਚ, ਮਾਲਾ ਫੜ ਲਈ, ਰਾਮ 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 ਕਰਨ ਲੱਗ ਪਏ। ਪਰਮਾਤਮਾ ਨੇ ਕਬੀਰ ਸਾਹਿਬ ਦੇ ਘਰੇ ਆ ਕੇ ਆਪੇ ਹੀ ਪ੍ਰਸ਼ਾਦਾ ਬਣਵਾਇਆ, ਆਪੇ ਹੀ ਰਸਤਾਂ ਭੇਜੀਆਂ, ਆਪੇ ਹੀ ਸਾਧੂਆਂ ਨੂੰ ਛਕਾਇਆ। ਛਕਾਉਣ ਤੋਂ ਮਗਰੋਂ ਨਾਲ ਮਾਇਆ ਵੀ ਦਾਨ ਕੀਤੀ। ਉਹ ਜਾਂਦੇ ਹੋਏ ਰਾਹ ਵਿੱਚ ਗੱਲਾਂ ਕਰਦੇ ਜਾਂਦੇ, ਕਬੀਰ ਸਾਹਿਬ ਨੇ ਭੰਡਾਰਾ ਬੜਾ ਹੀ ਵਧੀਆ ਕੀਤਾ ਹੈ। ਤੇ ਕਬੀਰ ਸਾਹਿਬ ਰਸਤੇ ਵਿੱਚ ਬੈਠੇ ਸੁਣਦੇ ਪਏ। ਗੁਰਮੁਖੋ, ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਚਿੰਤਾ ਨਹੀਂ ਹੈ ਕੋਈ ਵੀ। ਉਹਨਾਂ ਨੂੰ ਪਤਾ ਹੈ ਵੀ ਅਸੀਂ ਤੇ ਨਾਮ ਜਪਣਾ, ਆਪੇ ਉਹ ਕਰੇਗਾ ਜਿਹਨੇ ਦੁਨੀਆ ਪੈਦਾ ਕੀਤੀ ਹੈ। ਮਤ ਕਰ ਚਿੰਤਾ, ਚਿੰਤਾ ਹੈ ਕਰਤੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਬੰਦਿਆ ਚਿੰਤਾ ਨਾ ਕਰ। ਕਿਉਂ ਨਾ ਕਰਾਂ? ਚਿੰਤਾ ਹੈ ਕਰਤੇ। ਅਕਾਲ ਪੁਰਖ ਨੂੰ ਚਿੰਤਾ, ਫਿਕਰ ਉਹਨੂੰ ਹੈ ਜੋ ਦੇਵੈ ਜਲ ਥਲ ਜੀਆਂ ਸਭ ਤੈ, ਜਿਹੜਾ ਸਾਰਿਆਂ ਨੂੰ ਦਿੰਦਾ ਹੈ। ਸੰਤ ਜਨਾ ਹਰ ਮੰਤਰ ਦ੍ਰਿੜਾਇਆ, ਸੰਤਾਂ ਦੀ ਸੰਗਤ ਵਿੱਚ ਪੈ ਕੇ ਮੰਤਰ ਦ੍ਰਿੜ ਕੀਤਾ ਹੈ। ਹਰ ਸਾਜਨ ਵਸਗਤ ਕੀਨੇ ਰਾਮ, ਉਹ ਜਿਹੜਾ ਹਰੀ ਸੱਜਣ ਹੈ ਨਾ, ਉਹ ਸਾਡੇ ਵਸ ਹੋ ਗਿਆ। ਉਹਦੇ ਵਸ ਹੋਣ ਕਰਕੇ ਸਾਰੇ ਪਦਾਰਥ ਵਸ ਹੋ ਗਏ ਹਨ। ਆਪਣਾ ਮਨ ਆਗੇ ਧਰਿਆ, ਜਿਸ ਵੇਲੇ ਆਪਣਾ ਮਨ ਗੁਰੂ ਦੇ ਅੱਗੇ ਰੱਖ ਦਿੱਤਾ ਹੈ, ਸਰਬਸ ਠਾਕਰ ਦੀਨੇ ਰਾਮ, ਉਹ ਠਾਕੁਰ ਪਰਮਾਤਮਾ ਨੇ ਸਾਰੇ ਪਦਾਰਥ ਸਾਨੂੰ ਦੇ ਦਿੱਤੇ। ਜਦੋਂ ਅਸੀਂ ਮਨ ਪਰਮਾਤਮਾ ਨੂੰ ਦਿੱਤਾ, ਉਹਨੇ ਸਾਰੇ ਪਦਾਰਥ ਸਾਨੂੰ ਦਿੱਤੇ ਹਨ। ਕਰ ਆਪਣੀ ਦਾਸੀ ਮਿਟੀ ਉਦਾਸੀ, ਜਿਸ ਵੇਲੇ ਪਰਮਾਤਮਾ ਨੇ ਸੇਵਕ ਬਣਾ ਲਿਆ, ਦਾਸ ਬਣਾ ਲਿਆ, ਸਾਰੀਆਂ ਉਦਾਸੀਆਂ, ਚਿੰਤਾਵਾਂ, ਫਿਕਰ ਖਤਮ ਹੋ ਜਾਂਦੇ ਹਨ। ਹਰ ਮੰਦਰ ਤਿਥ ਪਾਈ, ਥਿਤ ਪਾਈ। ਮਹਾਰਾਜ ਕਹਿਣ ਲੱਗੇ, ਹਰੀ ਪਰਮਾਤਮਾ ਦੇ ਮੰਦਰ ਕਹੀਏ ਅੰਦਰ, ਥਿਤ ਕਹੀਏ ਸਥਿਤੀ, ਟਿਕਾ। ਪਰਮਾਤਮਾ ਦੇ ਅੰਦਰ ਟਿਕਾ ਮਿਲਿਆ ਹੈ। ਆਨੰਦ ਵਿਨੋਦ ਸਿਮਰੋ ਪ੍ਰਭ ਸਾਚਾ, ਉਹ ਜਿਹੜਾ ਆਨੰਦਦਾਇਕ ਵਿਨੋਦ ਕੌਤਕ ਕਰਨ ਵਾਲਾ ਪਰਮਾਤਮਾ ਸੱਚਾ ਹੈ, ਉਹਦੇ ਨਾਮ ਦਾ ਸਿਮਰਨ ਕਰੋ। ਵਿਛੜ ਕਬਹੂ ਨਾ ਜਾਈ, ਫਿਰ ਕਦੇ ਵੀ ਉਹ ਵਿਛੜ ਕੇ ਛੱਡ ਕੇ ਜਾਂਦਾ ਨਹੀਂ ਹੈ। ਸਾਵਡ ਭਾਗਣ ਸਦਾ ਸੁਹਾਗਣ, ਉਹ ਵੱਡਿਆਂ ਭਾਗਾਂ ਵਾਲੀ ਹੈ। ਉਹ ਸਦਾ ਵਾਸਤੇ ਜੀਵ ਰੂਪ ਇਸਤਰੀ ਸੁਹਾਗਣ ਹੈ। ਰਾਮ ਨਾਮ ਗੁਣ ਚੀਨੇ, ਜਿਹਨੇ ਰਾਮ ਦੇ ਨਾਮ ਦੇ ਗੁਣਾਂ ਨੂੰ ਚੀਨੇ ਕਹੀਏ ਜਾਣਿਆ ਹੈ। ਜਿਹੜੇ ਉਹਦੇ ਗੁਣਾਂ ਨੂੰ ਜਾਣਦੇ, ਉਹ ਵੱਡਿਆਂ ਭਾਗਾਂ
ਗੁਣਾਂ ਵਾਲੇ ਹਨ। ਕਹੋ ਨਾਨਕ ਰਵੈ ਰੰਗ ਰਾਤੇ। ਮਹਾਰਾਜ ਕਹਿਣ ਲੱਗੇ ਗੁਰਮੁਖ ਰੰਗ ਵਿੱਚ ਰੰਗੇ ਹੋਏ ਦੇ ਨਾਮ ਨੂੰ ਉਚਾਰਦੇ ਹਨ। ਪ੍ਰੇਮ ਮਹਾਰਸ ਪੀਨੇ। ਉਹ ਮਹਾਰਸ ਪ੍ਰੇਮ ਦੇ ਵਿੱਚ ਭਿੱਜ ਗਏ ਐਸੇ ਗੁਰਮੁਖ ਬਣੇ ਹਨ। ਅਨੰਦ ਵਿਨੋਦ ਭਏ ਨਿਤ ਸਖੀਏ। ਹੇ ਸਖੀਏ ਉਹ ਜਿਹੜੇ ਗੁਰਮੁਖ ਹਨ ਨਿਤਾ ਪ੍ਰਤੀ ਫਿਰ ਮੰਗਲ ਸਦਾ ਹਮਾਰੇ RAM। ਪਰਮਾਤਮਾ ਜੋ ਆਨੰਦਦਾਇਕ ਹੈ ਉਹਦੇ ਵਿਨੋਦ ਜਿਹੜੇ ਕੌਤਕ ਨੇ ਉਹਦੇ ਨਾਮ ਦੇ ਜਪਣ ਵਿੱਚ ਜਿਹੜੇ ਲੱਗੇ ਨੇ ਗੁਰਮੁਖ, ਉਹਨਾਂ ਗੁਰਮੁਖਾਂ ਨੂੰ ਸਦਾ ਵਾਸਤੇ ਮੰਗਲਾਚਾਰ, ਸਦਾ ਵਾਸਤੇ ਖੁਸ਼ੀਆਂ ਹਨ। ਆਪਣੇ ਪ੍ਰਭ ਆਪ ਸ਼ਿੰਗਾਰੀ। ਉਸ ਪਰਮਾਤਮਾ ਨੇ ਆਪ ਹੀ ਜਪ ਤਪ ਰੂਪੀ ਸ਼ਿੰਗਾਰ ਬਖਸ਼ਿਆ ਹੈ। ਸ਼ੋਭਾਵੰਤੀ ਨਾਰੇ RAM। ਉਹ ਜੀਵ ਇਸਤਰੀ ਫਿਰ ਸੋਭਾ ਦੇ ਸਮੇਤ ਹੋ ਜਾਂਦੀ ਹੈ। ਸਹਿਜ ਸੁਭਾਏ ਭੈ ਕਿਰਪਾਲਾ। ਉਹ ਪਰਮਾਤਮਾ ਉਹਨਾਂ ਤੇ ਸੁਭਾਵਕ ਸੁਤੇ ਸਿੱਧੀ ਕਿਰਪਾਲੂ ਹੋ ਜਾਂਦਾ ਹੈ। ਗੁਣ ਅਵਗਣ ਨਾ ਵਿਚਾਰਿਆ। ਜਿਨ੍ਹਾਂ ਦੇ ਉੱਪਰ ਬਖਸ਼ਿਸ਼ ਕਰ ਦਿੰਦਾ, ਮਿਹਰਬਾਨ ਹੋ ਜਾਂਦਾ, ਉਹਨਾਂ ਦੇ ਨਾ ਉਹ ਗੁਣਾਂ ਦੀ ਤੇ ਨਾ ਔਗੁਣਾਂ ਦੀ ਵਿਚਾਰ ਨਹੀਂ ਕਰਦਾ। ਬਸ ਇੱਕੇ ਵਾਰੀ ਜਿੱਤੇ ਮਿਹਰ ਕਰ ਦੇਵੇ ਸਭ ਕੁਝ ਮਾਫ ਕਰ ਦਿੰਦਾ ਹੈ। ਕੰਠ ਲਗਾਏ ਲੀਏ ਜਾਣੇ ਆਪਣੇ। ਆਪਣੇ ਜਨ ਭਗਤਾਂ ਗੁਰਮੁਖਾਂ ਨੂੰ ਗਲੇ ਲਾ ਕੇ ਰੱਖਦਾ ਹੈ। ਨਾਮ ਨਾਮ ਉਰ ਧਾਰਿਆ। ਜਿਨ੍ਹਾਂ ਨੇ RAM ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ। ਮਾਨ ਮੋਹ ਮਦ ਸਗਲ ਵਿਆਪੀ। ਇਹ ਸਾਰੀ ਦੁਨੀਆ ਮਾਨ ਵਿੱਚ, ਮੋਹ ਵਿੱਚ ਤੇ ਹੰਕਾਰ ਵਿੱਚ ਲੱਗੀ ਹੋਈ ਹੈ। ਦੁਨੀਆ ਦੇ ਲੋਕ ਸਾਰੇ ਹੀ ਕਿਸੇ ਨੂੰ ਮਾਣ ਹੈ ਵੀ ਮੇਰੇ ਵਰਗਾ ਕੋਈ ਨਹੀਂ, ਕਿਸੇ ਨੂੰ ਮੋਹ ਹੈ ਪਰਿਵਾਰ ਦੇ ਮੈਂਬਰਾਂ ਦਾ, ਤੇ ਕਿਸੇ ਨੂੰ ਕਹਿ ਲਈਏ ਮਦ ਕਹੀਏ ਹੰਕਾਰ ਹੈ। ਇਹ ਦੁਨੀਆ ਸਾਰੀ ਇਸੇ ਪਾਸੇ ਲੱਗੀ ਹੋਈ ਹੈ। ਕਿਰਪਾ ਆਪ ਨਿਵਾਰੇ। ਪਰ ਜਿਨ੍ਹਾਂ ਨੂੰ ਆਪਣੀ ਸ਼ਰਨ ਵਿੱਚ ਪਾਉਂਦਾ ਉਹਨਾਂ ਨੂੰ ਇਹਨਾਂ ਔਗਣਾਂ ਤੋਂ ਬਚਾ ਲੈਂਦਾ ਹੈ। ਨਾਨਕ ਭੈ ਸਾਗਰ ਤਰਿਆ। ਮਹਾਰਾਜ ਕਹਿਣ ਲੱਗੇ ਉਹਨਾਂ ਨੇ ਭੈ ਦਾ ਇੱਕ ਸੰਸਾਰ ਤਰ ਲਿਆ ਹੈ। ਪੂਰਨ ਕਾਜ ਹਮਾਰੇ। ਜਿਨ੍ਹਾਂ ਨੇ ਤਰਿਆ ਉਹਨਾਂ ਦਾ ਮਨੁੱਖਾ ਜਨਮ ਰੂਪੀ ਕਾਰਜ ਪੂਰਾ ਹੋ ਗਿਆ ਹੈ। ਗੁਣ ਗੋਪਾਲ ਗਾਵੋ ਨਿਤ ਸਖੀਓ। ਇਹ ਜੀਵ ਰੂਪ ਇਸਤਰੀਓ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਓ ਜਿਹੜਾ ਗੋਪਾਲ ਦੁਨੀਆ ਬਣਾਉਣ ਵਾਲਾ ਹੈ। ਸਗਲ ਮਨੋਰਥ ਪਾਏ RAM। ਫਿਰ ਸਾਰੇ ਮਨੋਰਥ, ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ ਹਨ। ਸਫਲ ਜਨਮ ਹੋਆ ਮਿਲ ਸਾਧੂ। ਸਾਧੂਆਂ ਦੇ ਨਾਲ ਮਿਲ ਕੇ ਜਨਮ ਸਫਲਾ ਹੁੰਦਾ ਹੈ। ਏਕ ਓੰਕਾਰ ਧਿਆਏ RAM। ਏਕ ਓੰਕਾਰ ਪਰਮਾਤਮਾ ਦੇ ਨਾਮ ਨੂੰ ਗੁਰਮੁਖ ਧਿਆਉਂਦੇ ਹਨ। ਜਪ ਏਕ ਪ੍ਰਭੂ ਅਨੇਕ ਰਵਿਆ। ਉਹ ਪਰਮਾਤਮਾ ਇੱਕ ਹੈ ਜਿਹੜਾ ਸਾਰੇ ਥਾਵਾਂ ਤੇ ਸਮਾਇਆ ਹੈ। ਸਰਬ ਮੰਡਲ ਛਾਇਆ। ਸਾਰਿਆਂ ਥਾਵਾਂ ਤੇ ਉਹਦਾ ਜਸ ਛਾਇਆ ਹੋਇਆ ਹੈ। ਸਾਰਿਆਂ ਥਾਵਾਂ ਤੇ ਉਹਦਾ ਜਸ ਹੋ ਰਿਹਾ ਹੈ। ਬ੍ਰਹਮੋ ਪਸਾਰਾ ਬ੍ਰਹਮ ਪਸਰਿਆ। ਉਹ ਜਿਹੜਾ ਬ੍ਰਹਮ ਹੈ ਨਾ, ਉਹ ਬ੍ਰਹਮ ਰੂਪ ਪਰਮਾਤਮਾ ਸਾਰਿਆਂ ਥਾਵਾਂ ਤੇ ਆਪਣੇ ਪਸਾਰੇ ਨੂੰ ਆਪਣੀ ਜੋਤ ਦੁਆਰਾ ਆਪੇ ਹੀ ਉਸਨੇ ਪਸਾਰਿਆ ਹੋਇਆ ਹੈ। ਇਹ ਜਿੰਨਾ ਵੀ ਪਸਾਰਾ ਹੈ ਦੁਨੀਆ ਦਾ, ਇਹ ਸਾਰਾ ਬ੍ਰਹਮ ਤੋਂ ਪੈਦਾ ਹੋਇਆ। ਸਾਰਿਆਂ ਵਿੱਚ ਉਹ ਬ੍ਰਹਮ ਪਰਮਾਤਮਾ ਹੈ। ਸਭ ਬ੍ਰਹਮ ਦ੍ਰਿਸ਼ਟੀ ਆਇਆ। ਗੁਰਮੁਖਾਂ ਨੂੰ ਉਹ ਬ੍ਰਹਮ ਦ੍ਰਿਸ਼ਟੀ ਨਜ਼ਰ ਆਇਆ ਹੈ। ਜਲ ਥਲ ਮਈਲ ਪੂਰ ਪੂਰਨ। ਉਹ ਪਰਮਾਤਮਾ ਜਲਾਂ ਵਿੱਚ, ਥਲਾਂ ਵਿੱਚ, ਸਾਰਿਆਂ ਥਾਵਾਂ ਤੇ ਪਰਿਪੂਰਨ ਹੈ। ਇਸ ਬਿਨਾ ਨਹੀਂ ਜਾਏ। ਭਾਈ ਉਹਦੇ ਬਿਨਾ ਕੋਈ ਜਾਏ ਜਗ੍ਹਾ ਨਹੀਂ ਹੈ। ਸਾਰਿਆਂ ਥਾਵਾਂ ਤੇ ਉਹੀ ਹੈ। ਏਕ ਦਰਸ਼ਨ ਨਾਨਕ ਬਿਕਸਾ। ਮਹਾਰਾਜ ਕਹਿੰਦੇ ਉਹਦੇ ਦਰਸ਼ਨ ਕਰਕੇ ਅਸੀਂ ਖੁਸ਼ ਹੁੰਦੇ ਹਾਂ। ਆਪ ਲੈ ਮਿਲਾਏ। ਉਹ ਪਰਮਾਤਮਾ ਆਪ ਹੀ ਆਪਣੇ ਵਿੱਚ ਜੀਵਾਂ ਨੂੰ ਮਿਲਾ ਲੈਂਦਾ ਹੈ। ਜਿਹੜਾ ਆਪਣੇ ਵਿੱਚ ਆ ਮਿਲਾ ਲੈਂਦਾ, ਐਸੇ ਦੇ ਦਰਸ਼ਨ ਕਰਕੇ ਸਾਨੂੰ ਪ੍ਰਸੰਨਤਾ ਹੁੰਦੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ ਜੋ ਹੈ ਸਾਹਿਬ ਸੇ ਮੇਲ। ਜਲ ਥਲ ਮਈਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ। ਪੇਖ ਦਰਸ਼ਨ ਨਾਨਕ ਬਿਕਸੇ ਆਪ ਲੈ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਗੁਰਦੁਆਰਾ ਸਾਹਿਬ ਵਿਖੇ ਕੱਲ੍ਹ ਨੂੰ ਐਤਵਾਰ ਨੂੰ ਕੈਂਪ ਲੱਗ ਰਿਹਾ ਹੈ, ਜਿਹਦੇ ਵਿੱਚ ਜੋੜਾਂ ਦੇ ਦਰਦ, ਗੋਡਿਆਂ ਦੇ ਦਰਦ, ਮੋਢਿਆਂ ਦੇ ਦਰਦ, ਕਮਰ ਦੇ ਦਰਦ, ਸਰਵਾਈਕਲ, ਇਸੇ ਤਰ੍ਹਾਂ ਜਿੰਨੇ ਵੀ ਦਰਦ ਹਨ ਉਹਨਾਂ ਸਾਰਿਆਂ ਦਾ ਕੈਂਪ ਆਪਣੇ ਗੁਰਦੁਆਰਾ ਸਾਹਿਬ ਵਿਖੇ ਕੱਲ੍ਹ ਨੂੰ ਲੱਗੇਗਾ। ਸਮਾਂ 9 ਵਜੇ ਦਾ ਹੈ। ਸੋ ਮਸ਼ੀਨਾਂ ਦੇ ਨਾਲ ਉਹ ਸਾਰੇ ਦਰਦਾਂ ਨੂੰ ਠੀਕ ਕਰਦੇ ਹਨ। ਜਿਨ੍ਹਾਂ ਸੰਗਤਾਂ ਨੇ ਲਾਹਾ ਲੈਣਾ ਹੈ ਉਹਨਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। 100 ਰੁਪਈਆ ਪਰ ਵਿਅਕਤੀ ਫੀਸ ਹੈ। ਇਹ ਬੇਨਤੀ ਆਪ ਸੰਗਤਾਂ ਨੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ